ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਾਰਿਆਂ ਨੂੰ ਗੁਰੂ ਨਾਨਕ ਦੀ ਇਸ ਫੁਲਵਾੜੀ ਦੇ ਵਿੱਚ ਸਵਾਗਤ ਹੈ ਜੀ। ਸਾਰੇ ਜੋ ਅਸੀਂ ਰਲ ਮਿਲ ਕੇ ਕੋਸ਼ਿਸ਼ ਯਤਨਸ਼ੀਲ ਹੋ ਰਹੇ ਹਾਂ ਗੁਰੂ ਦੀ ਅੰਡਰਸਟੈਂਡਿੰਗ ਦੇ ਨਾਲ ਗੁਰੂ ਮਾਰਗ ਦੇ ਉੱਪਰ ਚੱਲਣ ਵਾਸਤੇ, ਉਹ ਜੀ ਅੱਜ ਦੀ ਕਲਾਸ ਸਾਡੇ ਵੀਰ ਸਵਰਨਜੀਤ ਸਿੰਘ ਜੀ ਲੈਣਗੇ। ਔਰ ਜਿਸ ਤਰ੍ਹਾਂ ਲੜੀ ਵਾਂਗ ਉਹ ਸਾਨੂੰ ਅੱਜ ਲਾਈਵ ਮੋਡਿਊਲ ਨੰਬਰ 8 ਦੇ ਵਿੱਚ ਅਡੋਲ ਮਾਈਂਡਸ ਦਾ ਜਿਹੜਾ ਉਹ ਆਪਣੇ ਪੂਰੇ ਤਰੀਕੇ ਦੇ ਨਾਲ ਸਾਨੂੰ ਕੋਰਸ ਰਾਹੀਂ ਸਾਨੂੰ ਇੱਕ ਜਾਂਚ ਬਖਸ਼ ਰਹੇ ਹਨ। ਉਹ ਅੱਜ ਸਾਨੂੰ ਕਹਿਣ ਨਾ ਜਾਈ ਅਚਰਜ ਬਿਸਮਾਤ, ਉਸ ਪ੍ਰਭੂ ਦੀ ਲੀਲਾ, ਉਹਦੇ ਪੈਰਾਮੀਟਰਸ, ਉਹਦੀ ਡਾਇਮੈਂਸ਼ਨਸ, ਉਹਦੀ ਡਿਸਕ੍ਰਿਪਸ਼ਨ, ਉਹਦੀ ਜੋ ਕਹਿੰਦੇ ਨਾ ਉਹ ਜੋ ਚਿੱਤਰਕਾਰ ਹੈ, ਜੋ ਉਹਦਾ ਉਹ ਚਿੱਤਰ ਹੈ, ਉਸ ਚਿੱਤਰਕਾਰ ਦੇ ਇਸ ਚਿੱਤਰ ਦਾ ਬਿਆਨ ਕਰਨਾ ਬਹੁਤ ਇਸ ਵੰਡਰ ਨੂੰ ਬਹੁਤ ਹੀ ਮੁਸ਼ਕਲ ਹੈ। ਔਰ ਉਹਦੀ ਡਾਇਮੈਂਸ਼ਨਸ ਨੂੰ ਅਸੀਂ ਨਹੀਂ ਨਾਪ ਸਕਦੇ, ਨਾ ਤੋਲ ਸਕਦੇ ਹਾਂ। ਉਹਦੇ ਵਿੱਚ ਸਾਨੂੰ ਅੱਜ ਸਾਡੇ ਵੀਰ ਸਵਰਨਜੀਤ ਸਿੰਘ ਜੀ ਸਾਂਝ ਕਰਨਗੇ। Over to you. Welcome to you, ਵੀਰ ਸਵਰਨਜੀਤ ਸਿੰਘ ਜੀ। Please carry on with your class, sir. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ। ਤੇ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਲਾਈਫ ਮੋਡਿਊਲ 8, ਕਹਿਨ ਨਾ ਜਾਈ ਅਚਰਜ ਬਿਸਮਾਦ, His wonder and marvel cannot be described। ਉਹ ਅਸੀਂ ਜੋ ਪਹਿਲੇ 7 ਮੋਡਿਊਲ ਕਵਰ ਕੀਤੇ हैं ਉਹਦੇ ਵਿਚਕਾਰ ਅਸੀਂ ਬਹੁਤ ਅਲੱਗ-ਅਲੱਗ ਟੌਪਿਕ ਲਏ ਸਨ, ਜਿਹਦੇ ਵਿਚਕਾਰ ਅਸੀਂ ਸ਼ੁਰੂ ਕੀਤਾ ਸੀ ਬੀਇੰਗ ਹਿਊਮਨ ਇਜ਼ ਰੇਅਰ। ਉਸ ਤੋਂ ਬਾਅਦ ਅਸੀਂ ਪਰਪਸ ਆਫ ਲਾਈਫ ਦੇ ਬਾਰੇ ਗੱਲ ਕੀਤੀ, ਜੋ ਕਿ ਹੈ ਕਿ ਸਚਿਆਰਾ ਹੋਈਏ। ਫਿਰ ਜਿਹੜੇ ਕਨਸੈਪਟਸ ਰਿਲੇਟਡ ਟੂ ਫੇਥ ਐਂਡ ਫਿਲੋਸਫੀ ਹੈ, ਯਾਨੀ ਕਿ ਅਲੱਗ-ਅਲੱਗ ਧਰਮਾਂ ਦਾ ਜੋ ਮੋਨੋਥੀਸਟ, ਪੈਨਥੀਸਟ, ਉਸ ਟਾਈਪ ਦੇ ਕਨਸੈਪਟ ਅਸੀਂ ਡਿਸਕਸ ਕੀਤੇ। ਦੈਨ ਵਟ ਕੰਟਰੋਲਸ ਵੀ ਡੂ ਵੀ ਐਕਸਰਸਾਈਜ਼ ਔਨ ਆਵਰ ਐਕਸ਼ਨਸ, ਅਸੀਂ ਹੁਕਮ ਦੇ ਬਾਰੇ ਡਿਸਕਸ ਕੀਤਾ, ਗੁਰੂ ਔਰ ਸਤਿਗੁਰੂ ਦੇ ਬਾਰੇ। ਉਸ ਤੋਂ ਬਾਅਦ ਦੇ 3 ਮੋਡਿਊਲਸ ਹਨ ਜੋ ਸਾਡੇ ਰਾਈਟੀਅਸ ਪਾਥ ਹੈ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਜੋ ਸਾਡਾ ਇੱਕ ਜੀਵਨ ਹੋਣਾ ਚਾਹੀਦਾ ਹੈ। ਸੋ ਉਹਦੇ ਵਿਚਕਾਰ ਨਾਮ ਦੇ ਬਾਰੇ, ਔਰ ਉਸ ਤੋਂ ਬਾਅਦ ਵੈਲਿਊਜ਼ ਐਂਡ ਵਰਚੂਜ਼ ਦੇ ਬਾਰੇ, ਜਿਹਦਾ ਕਿ ਸਾਡਾ ਬੇਸ ਸੀ ਜੋ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਉਸ ਨੂੰ ਐਕਸਪੈਂਡ ਕਰਕੇ ਅਸੀਂ ਲਾਈਫ ਮੋਡਿਊਲ 6 ਐਂਡ 7 ਕੰਪਲੀਟ ਕੀਤੇ। ਔਰ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਜ਼ ਗੋਡ ਮਿਸਟੀਰੀਅਸ ਔਰ ਦਾ ਮਿਸਟੀਰੀਅਸ ਗੋਡ, ਲਾਈਫ ਮੋਡਿਊਲ 8 ਦੇ ਵਿੱਚ। ਗੁਰੂ ਸਾਹਿਬਾਨ ਦਾ ਫਰਮਾਨ ਹੈ, ਸੁਨ ਸਮਾਧ ਅਨਹਤ ਤਹਿ ਨਾਦ, ਕਹਿਨ ਨਾ ਜਾਈ ਅਚਰਜ ਬਿਸਮਾਦ। ਇਹ ਪੂਰੀ ਪੰਕਤੀ ਹੈ। ਸੁਨ ਸਮਾਧ ਜਿਹੜੀ ਹੈ ਉਹ ਡੀਪੈਸਟ ਡਿਵੋਸ਼ਨ ਹੈ, ਡੀਪੈਸਟ ਡਿਵੋਸ਼ਨ ਜਿਹਦੇ ਵਿਚਕਾਰ ਕਿ ਇਨਸਾਨ ਪੂਰੀ ਤਰ੍ਹਾਂ ਨਾਲ ਪਰਮਾਤਮਾ ਨਾਲ ਜੁੜ ਜਾਂਦਾ ਹੈ, ਔਰ ਫਿਰ ਉਹ ਅਨਹਤ ਨਾਦ ਦੇ ਨਾਲ ਜੁੜਦਾ ਹੈ। ਪਰਮਾਤਮਾ ਨਾਲ ਜੁੜ ਕੇ ਡੀਪੈਸਟ ਡਿਵੋਸ਼ਨ ਦੇ ਵਿਚਕਾਰ ਅਨਹਦ ਨਾਦ, ਜਿਹਨੂੰ ਕਿ ਸਾਊਂਡਲੈਸ ਸਾਊਂਡ ਕਹਿੰਦੇ ਆ। ਪਰ ਅਸੀਂ ਅਗਰ ਸੱਚ ਦੇਖੀਏ, ਨਾ ਤੇ ਸਾਨੂੰ ਡੀਪੈਸਟ ਡਿਵੋਸ਼ਨ ਦਾ ਆਈਡੀਆ ਔਰ ਨਾ ਹੀ ਅਨਹਤ ਨਾਦ ਦਾ ਆਈਡੀਆ। ਇਹ ਸਾਡੇ ਲਈ ਵਰਡਸ ਹੈ। ਸਾਡੇ ਲਈ ਕੁਛ ਦਾ ਹੋ ਸਕਦਾ ਐਕਸਪੀਰੀਅੰਸ ਹੋਏ, ਮੈਨੂੰ ਕਮੈਂਟ ਨਹੀਂ ਕਰਨਾ ਚਾਹੀਦਾ, ਪਰ ਮੈਂ ਆਪਣੇ ਬਾਰੇ ਕਮੈਂਟ ਕਰ ਸਕਦਾ ਕਿ ਇਹ ਐਕਸਪੀਰੀਅੰਸ ਨਹੀਂ ਹੈ। ਇੱਕ ਕਦੀ ਕਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ, ਕਦੀ ਖਿਆਲ ਵੀ ਆਉਂਦਾ ਹੈ, ਕਦੀ ਉਸ ਮਾਰਗ 'ਤੇ ਤੁਰਨ ਦਾ ਚਾਅ ਵੀ ਉੱਠਦਾ, ਪਰ ਅਸੀਂ ਇਹ ਕਹੀਏ ਕਿ ਅਸੀਂ ਡੀਪੈਸਟ ਡਿਵੋਸ਼ਨ 'ਚ ਜਾ ਕੇ ਅਨਹਦ ਨਾਦ ਸੁਣ ਪਾਏ ਹਾਂ, ਤੇ ਘੱਟੋ ਘੱਟ ਮੈਂ ਆਪਣੇ ਲਈ ਕਹਿ ਸਕਦਾ ਕਿ ਉਹ ਨਹੀਂ ਹੈ, ਉਹ ਹੈ ਨਹੀਂ ਹੈ। ਔਰ ਉਹਦੇ ਵਿੱਚੋਂ ਜੋ ਗੁਰੂ ਸਾਹਿਬ ਕਹਿੰਦੇ ਆ, ਉਸ ਤੋਂ ਬਾਅਦ ਜੋ ਵੀ ਸ਼ਖਸ ਉਸ ਅਵਸਥਾ 'ਚ ਹੈ, ਉਹ ਫਿਰ ਉਹਦੇ ਵੰਡਰ ਔਰ ਮਾਰਵਲਸ ਨੂੰ ਨਹੀਂ ਕਹਿ ਸਕਦਾ। ਉਸ ਅਵਸਥਾ 'ਤੇ ਜਾਣ ਤੋਂ ਬਾਅਦ ਉਹ ਮਹਿਸੂਸ ਕਰ ਸਕਦਾ, ਉਹ ਦੇਖ ਸਕਦਾ, ਪਰ ਉਹਨਾਂ ਨੂੰ ਡਿਸਕ੍ਰਾਈਬ ਨਹੀਂ ਕਰ ਸਕਦਾ। ਸੋ ਇੱਕ ਉਹ ਅਵਸਥਾ ਹੈ ਜਿੱਥੇ ਕਿ ਆਪਣੇ ਆਪ ਹੀ ਸਭ ਨੇ ਪਹੁੰਚ ਕੇ ਤੇ ਉਹਨਾਂ ਵੰਡਰਸ ਔਰ ਮਾਰਵਲਸ ਦਾ ਆਨੰਦ ਲੈਣਾ। ਔਰ ਜੀਵਨ ਦੇ ਜੇ ਅਸੀਂ ਆਨੰਦ ਦੀ ਗੱਲ ਕੀਤੀ ਸੀ, ਉਹ ਪੂਰੀ ਤਰ੍ਹਾਂ ਆਨੰਦਮਈ ਹੋ ਜਾਂਦਾ। ਪਰਮਾਤਮਾ ਜੋ ਹੈ ਹਰ ਜਗ੍ਹਾ ਪ੍ਰੈਜ਼ੈਂਟ ਹੈ, ਪਰ ਸਾਨੂੰ ਦਿਖਦਾ ਨਹੀਂ।
ਉਹ ਇੱਕ ਡਿਵਾਈਨ ਪਾਵਰ ਹੈ ਜੋ ਕਿ ਅਸੀਂ ਸੋਚ ਨਹੀਂ ਪਾਉਂਦੇ, ਸਾਡੀ ਪਰਸੈਪਚੁਅਲ ਐਬਿਲਿਟੀ ਤੋਂ ਬਾਹਰ ਹੈ। ਉਹ ਸਾਰੇ ਦੇ ਸਾਰੇ ਕਾਸਮਿਕ ਲਾਜ਼ ਦਾ ਇੱਕ ਸੋਰਸ ਵੀ ਹੈ, ਪਰ ਉਹਨੂੰ ਅੱਜ ਤੱਕ ਸਾਇੰਸ ਵੀ ਪੂਰੀ ਤਰ੍ਹਾਂ ਨਹੀਂ ਸਮਝ ਪਾਈ, ਔਰ ਨਾ ਹੀ ਕਦੇ ਸਮਝ ਪਾਏਗੀ। ਸਾਇੰਸ ਨੇ ਇਸ ਗੱਲ ਨੂੰ ਮੰਨ ਲਿਆ। ਤੋ ਇੱਕ ਕਾਫੀ ਹੱਦ ਤੱਕ ਇਹ ਮਹਿਸੂਸ ਹੁੰਦਾ ਕਿ ਜਿਵੇਂ ਮਿਸਟਰੀ ਹੈ, ਔਰ ਹਮੇਸ਼ਾ ਮਿਸਟਰੀ ਹੀ ਸ਼ਾਇਦ ਰਹੇਗੀ। ਮਿਸਟਰੀ ਵਿੱਚ ਹੀ ਅਸੀਂ ਪੈਦਾ ਹੁੰਦੇ ਹਾਂ, ਮਿਸਟਰੀ ਵਿੱਚ ਹੀ ਅਸੀਂ ਜੀਂਦੇ ਹਾਂ, ਮਿਸਟਰੀ ਵਿੱਚ ਹੀ ਦੁਨੀਆ ਛੱਡ ਕੇ ਚਲੇ ਜਾਂਦੇ ਹਾਂ। ਔਰ ਮਿਸਟਰੀ ਦੀ ਗਹਿਰਾਈ ਬਹੁਤ ਬਹੁਤ ਜ਼ਿਆਦਾ ਹੋਣ ਕਰਕੇ ਉਸ ਦੀ ਪੂਰੀ ਤਹਿ ਤੱਕ ਪਹੁੰਚ ਪਾਣਾ ਇੱਕ ਤਰ੍ਹਾਂ ਨਾਲ ਇੰਪੋਸੀਬਲ ਜੀ ਗੱਲ ਲੱਗਦੀ ਹੈ। ਫਿਰ ਵੀ ਗੁਰੂ ਸਾਹਿਬ ਨੇ ਸਾਨੂੰ ਕੁਝ ਇਸ਼ਾਰੇ ਬਖਸ਼ੇ ਹਨ, ਕੁਝ ਮਾਰਗ ਦਿੱਤਾ ਹੈ, ਜਿਸ ਤੇ ਚੱਲ ਕੇ ਕਿ ਅਸੀਂ ਉਸ ਗਹਿਰਾਈ ਨੂੰ ਥੋੜਾ ਸਮਝ ਸਕਦੇ। ਤੇ ਜੋ ਮੋਡਿਊਲ ਦਾ ਆਬਜੈਕਟਿਵ ਹੈ ਕਿ ਸਾਨੂੰ ਥੋੜੀ ਜਿਹੀ ਮਿਸਟਰੀ ਡੀਮਿਸਟੀਫਾਈ ਹੋਏ, ਥੋੜਾ ਜਿਹਾ ਅੱਗੋਂ ਦੀ ਧੁੰਦ ਹਟੇ, ਥੋੜਾ ਜਿਹਾ ਸਮਝ ਆਏ ਵੀ ਇਹ ਕੀ ਕਹਾਣੀ ਕੀ ਹੈ। ਔਰ ਗੁਰਬਾਣੀ ਦੇ ਆਧਾਰ ਤੇ ਅਸੀਂ ਇਸ ਮੋਡਿਊਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਨੀਲ ਆਰਮਸਟਰਾਂਗ ਜਿਹੜੇ ਕਿ ਜੁਲਾਈ 1969 ਤੇ ਪਹਿਲੇ ਸ਼ਖਸ ਸਨ ਚੰਦਰਮਾ ਤੇ ਉਤਰਨ ਵਾਲੇ, ਉਹਨਾਂ ਦਾ ਕਹਿਣਾ ਹੈ ਕਿ ਮਿਸਟਰੀ ਕ੍ਰੀਏਟਸ ਵੰਡਰ। ਜੋ ਮਿਸਟਰੀ ਹੈ ਉਹ ਆਪਣੇ ਆਪ 'ਚ ਵੰਡਰਸ ਕ੍ਰੀਏਟ ਕਰਦੀ ਹੈ, ਔਰ ਵੰਡਰ ਜਿਹੜੇ ਨੇ ਉਹਨਾਂ ਨੂੰ ਜਾਣਨ ਦੀ ਇਨਸਾਨ ਦੀ ਜਿਹੜੀ ਇੱਛਾ ਹੈ ਉਹ ਹਮੇਸ਼ਾ ਬਣੀ ਰਹਿੰਦੀ ਹੈ। ਦੈਟ ਮੀਨਸ ਅਗਰ ਅਸੀਂ ਪਰਮਾਤਮਾ ਨੂੰ ਵੰਡਰਸ ਕਿਹਾ ਹੈ ਤੇ ਉਸਦੇ ਵੰਡਰਸ ਨੂੰ ਜਾਂ ਉਹਦੀ ਮਿਸਟਰੀ ਨੂੰ ਸਮਝਣ ਦੀ ਇੱਛਾ ਜ਼ਰੂਰ ਰਹਿਣੀ ਚਾਹੀਦੀ ਹੈ। ਅਸੀਂ ਕਿੱਥੇ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਇਹ ਤੇ ਨਹੀਂ ਜਾਣਦੇ, ਪਰ ਉਹ ਕਿਉਰਿਓਸਿਟੀ ਬਣੀ ਰਹਿਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦੇ ਜਿੰਨੀ ਵੀ ਨਜ਼ਦੀਕ ਹੋ ਸਕੀਏ ਪਹੁੰਚਣ ਦੀ ਕੋਸ਼ਿਸ਼ ਕਰੀਏ। ਦੈਟ ਮੀਨਸ ਅਸੀਂ ਉਸ ਮਿਸਟਰੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰਬਾਣੀ 'ਚ ਫਰਦਰ ਅੱਗੇ ਵਿਆਖਿਆਨ ਹੈ ਕਿ ਉਹਦੀਆਂ ਜੋ ਪਰਮਾਤਮਾ ਦੀਆਂ ਲਿਮਿਟਸ ਹੈ ਜਾਂ ਬਾਉਂਡਰੀਜ਼ ਨੇ, ਉਹਨਾਂ ਨੂੰ ਅੱਜ ਤੱਕ ਕੋਈ ਵੀ ਨਹੀਂ ਕਹਿ ਪਾਇਆ ਕਿ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। So if anyone presumes to describe God, he shall be known as greatest fool of the fools। मतलब वो बेवकूफां चों भी सब नाल वड्डा बेवकूफ होएगा जो ये कहेगा कि मैं परमात्मा नूं हुण डिस्क्राइब करन जा रहा। तो ये डिस्क्राइब तो नहीं हो सकता, पर फिर ये कहानी कित्थे जाके रुकेगी। जो साडी डिक्शनरी दे वर्ड्स ने वो साडे जो जिंदगी दे एक्सपीरियंसिस ने उन्हां लई बहुत सोहणे तरीके नाल असीं इस्तेमाल कर लैंदे हां, पर जो स्पिरिचुअल दी दुनिया, स्पिरिचुअलिटी दी दुनिया है, ਉਹਦੇ ਜਿਹੜੇ लिए वर्ड्स साडी डिक्शनरी 'ਚ नहीं ਹੁੰਦੇ, ਔਰ ਸ਼ਾਇਦ ਉਹ वर्ड्स ਦੀ ਲੋੜ ਵੀ ਨਹੀਂ ਹੁੰਦੀ। ਉਸ पर्टिकुलर अवस्था ਵਿੱਚ ਜਾਣ ਤੋਂ ਬਾਅਦ वर्ड्स ਦੇ मायने भी खत्म हो ਜਾਂਦੇ ਹੋਣੇ। पर फिर भी इस मिस्ट्री ਨੂੰ ਡੀਮਿਸਟੀਫਾਈ ਕਰਨ ਦੇ ਲਈ ਕੁਛ ਤੇ ਭਾਸ਼ਾ ਹੁੰਦੀ ਹੋਏਗੀ, ਕੋਈ ਤੇ ਤਰੀਕਾ ਹੋਏਗਾ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵਾ ਪਾਰ, ਜਪਜੀ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਤੇ ਜੋ ਉਹਦੀ ਭਾਸ਼ਾ ਹੈ ਉਹ ਅਸੀਮ ਪਿਆਰ ਦੀ ਭਾਸ਼ਾ, ਅਸੀਮ। ਉਸ ਪਿਆਰ ਦੀ ਕੋਈ ਲਿਮਿਟ ਵੀ ਨਹੀਂ ਹੈ। ਭਾਖਿਆ ਅਸੀਂ ਲੈਂਗੁਏਜ ਨੂੰ ਕਹਿੰਦੇ ਹਾਂ, ਭਾਖਿਆ ਭਾਵਾ ਪਾਰ। ਦੈਟ ਮੀਨਸ ਅਗਰ ਅਸੀਂ ਇਹ ਕਹੀਏ ਪਰਮਾਤਮਾ ਨੂੰ ਅਸੀਂ ਪੰਜਾਬੀ 'ਚ ਗੱਲ ਕਰ ਲਾਂਗੇ ਜਾਂ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਜਾਂ ਕਿਸੇ ਲੈਂਗੁਏਜ ਵਿੱਚ, ਉਹਦੇ ਕੋਈ ਮਾਇਨੇ ਨਹੀਂ ਹੈ। ਪਰ ਅਸੀਂ ਜਿਸ ਵੀ ਲੈਂਗੁਏਜ ਦੇ ਵਿੱਚ ਪਰਮਾਤਮਾ ਨਾਲ ਗੱਲ ਕਰ ਰਹੇ ਹਾਂ, ਅਗਰ ਉਹਦੇ ਪਿੱਛੇ ਅਸੀਮ ਪਿਆਰ, ਸਾਡੇ ਇਮੋਸ਼ਨਸ ਜੁੜੇ ਹੋਏ ਆ, ਤੇ ਫਿਰ ਪਰਮਾਤਮਾ ਦੇ ਨਾਲ ਕਨੈਕਸ਼ਨ ਬਣਨਾ ਵੀ ਆਸਾਨ ਹੋ ਜਾਂਦਾ। ਸੋ ਮਿਸਟਰੀ ਡੀਮਿਸਟੀਫਾਈ ਤਾਂ ਹੀ ਹੁੰਦੀ ਹੈ ਜਦੋਂ ਅਸੀਂ ਰਿਐਲਿਟੀ ਦੇ ਵਿਚਕਾਰ ਆਪਣੇ ਪੂਰੀ ਤਰ੍ਹਾਂ ਇਮੋਸ਼ਨਸ ਵੀ ਇਨਵੋਲਵ ਕਰਦੇ ਹਾਂ ਔਰ ਫਿਰ ਪਰਮਾਤਮਾ ਦੀ ਤਰਫ ਆਪਣੇ ਕਦਮ ਰੱਖਦੇ ਹਾਂ। ਇਹ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦਾਂ ਦੇ ਵਿਚਕਾਰ ਇਹਦੀ ਫਰਦਰ ਵਿਆਖਿਆ ਵੀ ਆਈ ਹੈ, ਔਰ ਜਪਜੀ ਸਾਹਿਬ ਦੀ ਵਿਆਖਿਆ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਸੀ। ਔਰ ਇੱਕ ਬਹੁਤ ਹੀ ਇੰਪੋਰਟੈਂਟ ਸਾਡੇ ਲਈ ਇਹ ਸੂਤਰ ਹੈ ਸਮਝਣ ਲਈ ਕਿ ਪਰਮਾਤਮਾ ਕਿਹੜੀ ਭਾਸ਼ਾ ਸਮਝਦਾ, ਅਸੀਂ ਕਿਸ ਭਾਸ਼ਾ 'ਚ ਪਰਮਾਤਮਾ ਨਾਲ ਗੱਲ ਕਰੀਏ। ਤੇ ਜੇ ਅਸੀਂ ਪਰਮਾਤਮਾ ਨਾਲ ਗੱਲ ਕਰਨੀ ਹੈ ਤੇ ਸਾਡੇ ਪਿਓਰੈਸਟ ਇਮੋਸ਼ਨ, ਪਿਆਰ ਦੇ ਇਮੋਸ਼ਨ ਅਸੀਮ ਹੋਣੇ ਚਾਹੀਦੇ ਹਨ। ਫਿਰ ਅਸੀਂ ਪਰਮਾਤਮਾ ਦੇ ਨਾਲ ਥੋੜ੍ਹਾ ਜੁੜ ਸਕਦੇ ਹਾਂ, ਔਰ ਜਦੋਂ ਜੁੜਾਂਗੇ ਤੇ ਥੋੜ੍ਹੀਆਂ ਮਿਸਟਰੀਜ਼ ਵੀ ਖੁੱਲਣਗੀਆਂ। ਅਸੀਂ ਹਰ ਪੱਖ ਤੋਂ ਮਿਸਟਰੀ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਇਸ ਵਾਰ ਅਸੀਂ ਥੋੜ੍ਹਾ ਜਿਹਾ ਪਹਿਲੇ ਚੱਲਦੇ ਹਾਂ ਇੱਕ ਸਾਇੰਟੀਫਿਕ ਵਿਊ ਔਨ ਸਮ ਮਿਸਟਰੀਜ਼। ਔਰ
ਅਸੀਂ ਇਹ ਜਾਣਦੇ ਹਾਂ ਕਿ ਸਾਇੰਸ ਜਿਹੜੀ ਹੈ ਉਹ ਬਹੁਤ ਵੱਡੀ ਖੋਜ ਵਿੱਚ ਲੱਗੀ ਰਹਿੰਦੀ ਹੈ। ਜਿਤਨੇ ਵੀ ਕੁਦਰਤ ਦੇ ਬਣਾਏ ਨਿਯਮ ਨੇ ਉਹਨਾਂ ਨੂੰ ਹੀ ਜੋ ਸਾਇੰਸ ਹੈ ਖੋਜ ਕਰ ਰਹੀ ਹੈ। ਤਾਂ ਇੱਕ ਸਾਇੰਸ ਇੱਕ ਆਪਣੇ ਤਰ੍ਹਾਂ ਦਾ ਤਰੀਕਾ ਹੈ ਪਰਮਾਤਮਾ ਨੂੰ ਸਮਝਣ ਦਾ, ਪਰਮਾਤਮਾ ਤੱਕ ਪਹੁੰਚਣ ਦਾ, ਉਹਦਾ ਜੋ ਲਾਭ ਹੈ ਉਹ ਦੁਨੀਆ ਨੂੰ ਦੇਣ ਦਾ। ਅਸੀਂ ਐਵੇਂ ਕਈ ਵਾਰ ਕਹਿ ਦਿੰਦੇ ਹਾਂ ਸਾਇੰਸ ਔਰ ਰਿਲੀਜਨ ਅਲੱਗ-ਅਲੱਗ ਡਾਇਰੈਕਸ਼ਨ 'ਚ, ਪਰ ਅੱਜ ਦੀ ਸਾਇੰਸ ਇਸ ਚੀਜ਼ ਨੂੰ ਨਹੀਂ ਮੰਨਦੀ। ਅੱਜ ਦੀ ਸਾਇੰਸ ਪੂਰੀ ਤਰ੍ਹਾਂ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਪਰਮਾਤਮਾ ਹੈ ਉਹਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਨਿਯਮਾਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅਸੀਂ ਇੱਕ ਦੋ ਵਿਊਜ਼ ਲੈ ਕੇ ਦੇਖਦੇ ਹਾਂ ਕਿ ਸਾਇੰਸ ਅੱਜ ਦੀ ਡੇਟ ਵਿੱਚ ਕੀ ਕਹਿ ਰਹੀ ਹੈ। ਇੱਕ ਕੁਐਸਚਨ ਹੈ, ਵਟ ਵਰ ਦਾ ਚਾਂਸਸ ਆਫ ਕ੍ਰੀਏਸ਼ਨ ਆਫ ਯੂਨੀਵਰਸ। ਇਹ ਯੂਨੀਵਰਸ ਜਿਹਨੂੰ ਅਸੀਂ ਦੇਖ ਰਹੇ ਹਾਂ ਜਾਂ ਸ੍ਰਿਸ਼ਟੀ ਹੈ, ਜਿਹਦੇ 'ਚ ਇੱਕ ਯੂਨੀਵਰਸ ਨਹੀਂ ਕਈ ਸਾਰੇ ਯੂਨੀਵਰਸਿਸ ਹੈ, ਬਲਕਿ ਉਸ ਸ੍ਰਿਸ਼ਟੀ ਨੂੰ ਉਹ ਹੋਂਦ ਵਿੱਚ ਆਉਣ ਦੀ ਕੀ ਪ੍ਰੋਬੇਬਿਲਿਟੀ ਸੀ ਸਾਇੰਸ ਦੇ ਹਿਸਾਬ ਨਾਲ। ਔਰ ਬਹੁਤ ਹੈਰਾਨਗੀ ਹੁੰਦੀ ਹੈ ਜਿਸ ਨੰਬਰ ਤੇ ਅੱਜ ਸਾਇੰਸ ਪਹੁੰਚ ਚੁੱਕੀ ਹੈ, ਉਹ ਸਾਡੇ ਲਈ ਇੱਕ ਹੋਰ ਵੀ ਵੱਡੀ ਮਿਸਟਰੀ ਖੜੀ ਹੋ ਚੁੱਕੀ ਹੈ। ਸਾਇੰਸ ਇਹ ਕਹਿੰਦੀ ਹੈ ਕਿ ਜੋ ਯੂਨੀਵਰਸ ਦੇ ਕ੍ਰੀਏਟ ਹੋਣ ਦੀ ਪ੍ਰੋਬੇਬਿਲਿਟੀ ਸੀ ਉਹ 1:10 ਕੁਇੰਟਿਲੀਅਨ ਸੀ। ਯਾਨੀ ਕਿ ਜਦੋਂ ਬਿਗ ਬੈਂਗ ਹੋਇਆ ਉਸ ਤੋਂ ਬਾਅਦ ਯੂਨੀਵਰਸ ਬਣੇਗਾ ਜਾਂ ਨਹੀਂ ਬਣੇਗਾ, ਉਹਦੇ 10⁻90 ਚੋਂ ਸਿਰਫ ਇੱਕ ਚਾਂਸ ਸੀ। ਔਰ 10⁻90 ਚੋਂ ਬਾਕੀ ਸਾਰੇ ਚਾਂਸਸ ਸਨ ਕਿ ਯੂਨੀਵਰਸ ਨਹੀਂ ਬਣੇਗਾ। ਤੇ ਇਹ ਇਸ ਤਰ੍ਹਾਂ ਦਾ ਨੰਬਰ ਹੈ ਜਿਵੇਂ ਅਸੀਂ ਅਜ਼ਿਊਮ ਕਰ ਲਈਏ ਕਿ ਕਿਸੇ ਇਨਸਾਨ ਦਾ ਕੋਈ ਸਿੱਕਾ ਕਿਸੇ ਓਸ਼ਨ 'ਚ ਡਿੱਗ ਪਿਆ ਔਰ ਉਹ ਆ ਕੇ ਕਹਿੰਦਾ ਵੀ ਮੇਰਾ ਇੱਕ ਸਿੱਕਾ ਸੀ ਉਹ ਸਮੁੰਦਰ 'ਚ ਡਿੱਗ ਪਿਆ। ਤੇ ਦੂਸਰੇ ਨੇ ਪੁੱਛਿਆ ਤੈਨੂੰ ਇਹ ਪਤਾ ਵੀ ਕਿਹੜੇ ਓਸ਼ਨ 'ਚ, ਪੈਸੀਫਿਕ ਓਸ਼ਨ 'ਚ, ਇੰਡੀਅਨ ਓਸ਼ਨ 'ਚ, ਅਟਲਾਂਟਿਕ ਕਿਹੜੇ ਓਸ਼ਨ 'ਚ? ਕਹਿੰਦਾ ਜੀ ਮੈਨੂੰ ਬਿਲਕੁਲ ਕੁਛ ਨਹੀਂ ਪਤਾ। ਤੇ ਜੋ ਦੂਸਰਾ ਬੰਦਾ ਹੈ ਉਹ ਕਹਿੰਦਾ ਚਲੋ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਥੋੜਾ ਹੀ ਪ੍ਰੋਬੇਬਿਲਿਟੀ ਹੈ ਕਿ ਉਹ ਪਹਿਲੀ ਵਾਰ ਦੇ ਵਿਚਕਾਰ ਕਿਸੇ ਪਾਰਟਿਕੂਲਰ ਓਸ਼ਨ 'ਚ ਕਿਸੇ ਜਗ੍ਹਾ ਤੇ ਜਾ ਕੇ ਉਹ ਸਿੱਕਾ ਕੱਢ ਲਵੇ, ਉਹਦੀ ਕੀ ਪ੍ਰੋਬੇਬਿਲਿਟੀ ਹੈ, ਕਿਤਨੇ ਚਾਂਸਸ ਹੈ ਕਿ ਉਹ ਸਕਸੈਸਫੁਲ ਹੋਏਗਾ। ਉਹਦੇ ਐਕਚੁਅਲੀ ਚਾਂਸਸ ਜ਼ਿਆਦਾ ਨੇ ਸਕਸੈਸਫੁਲ ਹੋਣ ਦੇ ਬਜਾਏ ਦੇ ਕਿ ਯੂਨੀਵਰਸ ਬਣ ਸਕਦਾ ਸੀ। 10 ਕੁਇੰਟਿਲੀਅਨ ਇਜ਼ ਅ ਨੰਬਰ ਜੋ ਅਰਥ ਦੇ ਉੱਤੇ ਕਿਸੇ ਵੀ ਆਬਜੈਕਟ ਨੂੰ ਐਕਸੀਡ ਕਰ ਜਾਂਦਾ। ਦੈਟ ਮੀਨਸ ਉਹ ਸਿੱਕਾ ਬੰਦਾ ਪਹਿਲੀ ਵਾਰ 'ਚ ਲੱਭ ਕੇ ਲਿਆ ਜਿਹਨੂੰ ਕੁਝ ਵੀ ਨਹੀਂ ਪਤਾ ਕਿਹੜੇ ਓਸ਼ਨ 'ਚ ਡਿੱਗਿਆ, ਉਹਦੇ ਚਾਂਸਸ ਜ਼ਿਆਦਾ ਬੈਟਰ ਹੈ ਬਜਾਏ ਦੇ ਕਿ ਯੂਨੀਵਰਸ ਬਣੇਗਾ। ਔਰ ਅਸੀਂ ਜਾਣਦੇ ਹਾਂ ਜ਼ੀਰੋ ਦੀ ਪਾਵਰ ਕਿੰਨੀ ਹੈ। ਇੱਕ ਵਾਰ ਜ਼ੀਰੋ ਲੱਗਦਾ ਤੇ ਉਹ ਸਿੱਧਾ ਹੀ ਮਲਟੀਪਲਾਈ ਹੋ ਕੇ 10 ਟਾਈਮਸ ਹੁੰਦਾ ਚਲਾ ਜਾਂਦਾ। ਔਰ ਜਿਹਦੇ ਅੱਗੇ 19 ਜ਼ੀਰੋ ਲੱਗੀਆਂ ਹੋਣ ਇੱਕ ਦੇ ਅੱਗੇ, ਉਤਨੀ ਪ੍ਰੋਬੇਬਿਲਿਟੀ ਹੈ ਕਿ ਯੂਨੀਵਰਸ ਨੇ ਨਹੀਂ ਸੀ ਹੋਣਾ। ਔਰ ਅਗਰ ਉਹ ਫੈਕਟ ਹੈ ਤੇ ਗੁਰੂ ਸਾਹਿਬ ਅੱਗੇ ਚੱਲ ਕੇ ਕਹਿੰਦੇ ਆ ਮਾਨਸ ਜਨਮ ਦੁਰਲਭ ਹੈ। ਪਹਿਲਾਂ ਤੇ ਯੂਨੀਵਰਸ ਦੀ ਕ੍ਰੀਏਸ਼ਨ ਹੀ ਬੜੀ ਦੁਰਲਭ ਸੀ, ਫਿਰ ਯੂਨੀਵਰਸ ਦੀ ਕ੍ਰੀਏਸ਼ਨ ਤੋਂ ਬਾਅਦ ਕਦੀ ਕੋਈ ਮਨੁੱਖ ਇੱਥੇ ਵਿਚਰ ਪਾਏਗਾ, ਮਨੁੱਖ ਦੀ ਸ਼ੇਪ ਵਿੱਚ ਆ ਪਾਏਗਾ, ਉਹਦੇ ਚਾਂਸਸ ਇਹਦੇ ਨਾਲ ਵੀ ਘੱਟ ਸਨ। ਔਰ ਉਹ ਹੋਇਆ। ਅਸੀਂ ਅੱਜ ਦੀ ਡੇਟ ਦੇ ਵਿੱਚ ਕੁਝ ਮਨੁੱਖ ਗਿਣਤੀ ਦੇ ਜੋ ਵੀ 780 ਕਰੋੜ ਮਨੁੱਖ, 770 ਕਰੋੜ ਮਨੁੱਖ ਹਾਂ, ਔਰ ਇਸ ਤੋਂ ਪਹਿਲਾਂ ਵੀ ਹੋਏ ਹਨ ਪਿਛਲੇ 2 ਲੱਖ ਸਾਲਾਂ 'ਚ। ਪਰ ਇਹ ਜਨਮ ਬਹੁਤ ਬਹੁਤ ਜ਼ਿਆਦਾ ਦੁਰਲਭ ਹੈ। ਉਹ ਦੁਰਲਭ ਇਸ ਕਰਕੇ ਹੈ ਕਿਉਂਕਿ ਸਿਰਫ ਇੱਕ ਮਨੁੱਖ ਹੀ ਹੈ ਜੋ ਇਸ ਮਿਸਟਰੀ ਦੇ ਬਾਰੇ ਡਿਸਕਸ ਕਰ ਸਕਦਾ, ਜੋ ਇਸ ਮਿਸਟਰੀ ਦੇ ਬਾਰੇ ਖੋਜ ਕਰ ਸਕਦਾ, ਇਸ ਮਿਸਟਰੀ ਦੇ ਬਾਰੇ ਅੱਗੇ ਜਾ ਸਕਦਾ ਔਰ ਫਿਰ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦਾ। ਔਰ ਜਿਤਨੀ ਵੀ ਪ੍ਰਕਿਰਤੀ ਹੈ ਉਹ ਕੁਝ ਵੀ ਨਹੀਂ ਇਹਦੇ ਬਾਰੇ, ਉਸ ਦੇ ਆਲ ਲਿਵ ਬਾਈ ਇਨਸਟਿੰਕਟ ਔਰ ਬਾਈ ਦਾ ਰੂਲਸ ਆਫ ਦਾ ਨੇਚਰ। ਉਹਨਾਂ ਨੇ ਕਦੀ ਇਹ ਨਹੀਂ ਸੋਚਣਾ ਕਿ ਅਸੀਂ ਪਰਮਾਤਮਾ 'ਚ ਮਿਲਣਾ ਹੈ, ਪਰਮਾਤਮਾ ਕੀ ਹੈ, ਅਸੀਂ ਕਿਉਂ ਆਏ, ਕਿਉਂ ਨਹੀਂ ਆਏ, ਇਹ ਸਭ ਸਵਾਲ ਉਹਨਾਂ ਲਈ ਮਾਇਨੇ ਨਹੀਂ ਰੱਖਦੇ। ਤੇ ਅਸੀਂ ਇਹ ਸੋਚ ਸਕਦੇ ਹਾਂ ਕਿ ਜਦੋਂ ਮਾਨਸ ਜਨਮ ਦੁਰਲਭ ਹੈ, ਗੁਰੂ ਸਾਹਿਬ ਕਹਿ ਰਹੇ ਹਨ, ਔਰ ਅੱਜ ਤੋਂ 500-700 ਸਾਲ ਪਹਿਲਾਂ ਇਹ ਗੱਲ ਕਹੀ ਗਈ ਹੈ, ਕਬੀਰ ਦਾਸ ਜੀ ਨੇ ਵੀ ਕਹੀ ਹੈ, ਤੇ ਉਹਦੀ ਦੁਰਲਭਤਾ ਅੱਜ ਸਾਇੰਸ ਸ਼ਾਇਦ ਸਾਨੂੰ ਥੋੜੀ ਨੰਬਰਸ ਦੇ ਵਿੱਚ ਦੱਸ ਪਾ ਰਹੀ ਹੈ। ਔਰ ਇਹ ਨਹੀਂ ਕਿ 10⁻19 ਹੈ, ਜਿਉਂ-ਜਿਉਂ ਸਮਾਂ ਬੀਤੇਗਾ ਸ਼ਾਇਦ 10⁻20, 21 ਹੋ ਜਾ, ਹੋਰ ਵੀ ਜ਼ਿਆਦਾ ਇਹਨੂੰ ਦੁਰਲਭ ਲੱਗਣ ਲੱਗ ਜਾਏ। ਸੋ ਇਹ ਇੱਕ ਆਪਣੇ ਆਪ ਬੜੀ ਵੱਡੀ ਮਿਸਟਰੀ ਹੈ ਜਿਹਦੇ ਚਾਂਸਸ ਹੋਣ ਦੇ ਇੰਨੇ ਘੱਟ ਸੀ, ਉਹ ਯੂਨੀਵਰਸ ਬਣ ਕਿੰਝ ਗਿਆ। ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਨੇ ਕਿਤੇ ਸਾਇੰਸ ਪਰਮਾਤਮਾ ਦੇ ਅੱਗੇ ਬਹੁਤ ਬਹੁਤ ਛੋਟੀ ਚੀਜ਼ ਹੈ। ਉਹ ਸਾਰੇ ਲਾਜ਼ ਬਹੁਤ ਛੋਟੀ ਚੀਜ਼ ਹੈ ਕਿ ਇਤਨੀ ਘੱਟ ਪ੍ਰੋਬੇਬਿਲਿਟੀ ਦੀ ਚੀਜ਼ ਨੂੰ ਵੀ ਪਰਮਾਤਮਾ ਨੇ ਕਰਕੇ ਦਿਖਾਇਆ ਹੈ, ਕਿਉਂਕਿ
ਉਹਦੀਆਂ ਪਾਵਰਸ ਅਸੀਮ ਹੈ। ਜਿਤਨਾ ਇਹ ਨੰਬਰ ਵੱਧਦਾ ਜਾਂਦਾ ਉਤਨੀਆਂ ਹੀ परमात्मा की असीमता और परमात्मा के पावर सानू ज्यादा नजर आने लग जाते हैं। सो असी इस करके कहते हैं कि असी ते बेअंत नंबर ते बहुत पिछे रह जाते हैं। गुरु साहब ने ते हमेशा ही वर्ड बेअंत यूज किया कि उदियां पावर्स बेअंत हैं, उदियां इज लिमिटलैस, उन्होंने कभी कोई नहीं पहुंच सकता। पर असी क्योंकि मनुखा असी नंबर नू जल्दी समझ पाते हैं ते 10⁻⁹ वो नंबर है जिन्हों कई लाख लोग लगे रहन ते अपने जीवन च मिल के एक बार भी नहीं गिन सकते। This is the rarest creation, rarest thing which has happened on the earth or on the universe. ਅਸੀਂ ਅੱਗੇ ਚਲਦੇ ਹਾਂ ਮਿਸਟੀਰੀਅਸ ਸਪੇਸ ਦੀ ਗੱਲ ਕਰਦੇ ਹਾਂ। ਸਪੇਸ ਦਾ ਜ਼ਿਕਰ ਬਾਣੀ 'ਚ ਬਹੁਤ ਜਗ੍ਹਾ ਵਰਡ ਆਕਾਸ਼ ਦੇ ਤੌਰ ਤੇ ਜ਼ਿਆਦਾਤਰ ਆਇਆ ਹੈ ਔਰ ਬਹੁਤ ਜਗ੍ਹਾ ਆਇਆ ਹੈ। ਤੇ ਇੱਕ ਜੋ ਆਸਾ ਦੀ ਵਾਰ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਉਹਦੇ 'ਚ ਆਉਂਦਾ ਹੈ, ਭੈ ਵਿੱਚ ਆਡਾਣੇ ਆਕਾਸ਼। In his system, objects are stretched apart with space. ਇਹ ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਲੋੜ ਹੈ। ਮੈਨੂੰ ਇਹ ਪੰਕਤੀ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ। ਪਰਸਨਲੀ ਅਗਰ ਮੈਂ ਬੋਲਾਂ, ਮੈਨੂੰ ਬਹੁਤ ਹੀ ਮਿਸਟੀਰੀਅਸ ਪੰਕਤੀ ਲੱਗਦੀ ਹੈ। ਭੈ ਵਿੱਚ ਆਡਾਣੇ, ਆਡਾਣੇ ਕਹਿੰਦੇ ਆ ਕਿਸ ਚੀਜ਼ ਨੂੰ ਖਿੱਚ ਕੇ ਦੂਰ ਰੱਖਣਾ। जो ऑब्जेक्ट्स हैं, भै विच आडाने आकाश, विचकार आकाश पाता, विच स्पेस पाती है। In this system, objects are stretched apart with space. और ये भी बड़ी अचंभे वाली चीज है कि भै विच आडाने आकाश जो है वो समझ पाना सानू थोड़ा जिहा अगे चल के देखते हैं कि साइंस इहदे बारे की एक्सप्रैस करदी। अज दी डेट विच असी एटम की जो रचना है उन्होंने समझते हैं। एटम के सेंटर दे विच न्यूक्लियस हुंदा है जिहदे विच कि प्रोटॉन और न्यूट्रॉन हुंदे हैं और जो इलैक्ट्रॉन है इहदे चारों पासे चक्कर कटते हैं और जो प्रोटॉन न्यूट्रॉन सेंटर हैं, जो इलैक्ट्रॉन चारों पासे हैं, ये विचकार बाकी सारी जगह ते स्पेस है और स्पेस काफी वड्डी स्पेस है, स्पेस छोटी स्पेस नहीं है। और इस जो एटम की जो रचना है करीब करीब पूरे यूनीवर्स की भी यही रचना है जिहदे विचकार कि असी अगर अपनी गैलेक्सी की गल करिए जिन्हों असी मिल्की वे कहते हैं, इहदे मिलियंस एंड मिलियंस ऑफ स्टार्स ने। हर स्टार मतलब सूरज या सूरज तो वड्डा, सूरज तो छोटा भी हो सकता है। जो सब नाल वड्डा स्टार है सूरज तो 1000 गुणा तो भी ज्यादा वड्डा स्टार है। तो इस मिल्की वे जिस गैलेक्सी का असी पार्ट हाँ, एक सूरज दे विच भी किथे निक्का जिहा डॉट जिहा होएगा जिन्हों लभना भी बड़ा मुख है। उस सूरज के चारों पासे साडी अर्थ चक्कर लगा रही है तो पूरी गैलेक्सी घूम रही है। ये जो गैलेक्सी की पिक्चर है इनू क्रिएट किया गया बहुत सारे डेटा नू इकट्ठा करके। तो ये असी ध्यान नाल देखिए तो इंज लगता है जिवें कोई वर्लपूल हुंदा है, उस तरह एक गैलेक्सी घूमती जा रही है। इस तरह एटम की रचना है कि एटम के सेंटर के विचकार न्यूक्लियस है, आस पास इलैक्ट्रॉन घूम रहे हैं। इसी तरह इस गैलेक्सी का एक अपना सेंटर है जिहदे चारों पासे स्टार्स घूम रहे हैं और स्टार्स के चारों पासे प्लैनेट्स घूम रहे हैं। हुण अगर असी ये देखिए कि इहदी एक तो इहदा जो साइज है एक एंड तो दूसरे एंड तक वो करीब करीब 1 लाख लाइट ईयर है। दैट मीनस लाइट की स्पीड नाल एक सिरे तो दूसरे सिरे तक पहुंचने लिए 1 लाख साल का समा चाहिए। विच मीनस 3 लाख किलोमीटर की स्पीड नाल अगर लाइट जा रही है 3 लाख किलोमीटर की स्पीड नाल तां 1 लाख सालां विच इस गैलेक्सी के एक एंड तो दूसरे एंड तक पहुंच सकती। अगर ये मिस्ट्री नहीं तो समझ नहीं आता फिर होर की मिस्ट्री होएगी। किस तरह उहियो जिहियां लखां गैलेक्सीज एक यूनीवर्स दे विचकार ने। ये साडा बेअंतता का एक स्वरूप सामने आंदा है जिन्होंने गुरु साहब ने बेअंत किया। हुण साइंस भी उन्होंने बड़े खुल के बेअंत कहती है। एक होर अगर डेटा असी लईए तो जेड़े स्टार बाहर दे वल ने इस गैलेक्सी दे बाहर दे वल मतलब जेड़े टुवर्ड्स पेरीफेरी ने वो 220 किलोमीटर पर सैकेंड की स्पीड नाल जा रहे। मतलब हर सैकेंड ते जिवें साडा असी चक्कर लगा रहे हैं सूरज दे, उस तरह सूरज इस गैलेक्सी दे विच चक्कर लगा रहा है और जो चक्कर लगा रहा है 220 किलोमीटर पर सैकेंड की स्पीड नाल इस गैलेक्सी के सेंटर के वास्ते चक्कर लगा रहा है और पूरा एक चक्कर लगाने च 25 करोड़ साल लगणगे। इसका मतलब जद दा सूरज बनया अजे उन्हें सिर्फ 8 को चक्कर लगाए ने अपनी गैलेक्सी दे।
ਸੋ ਇਹ ਇੰਨਾ ਵੱਡਾ ਖਲੇਰਾ ਪਰਮਾਤਮਾ ਸੰਭਾਲਣ ਦੀ ਸ਼ਮਤਾ ਰੱਖਦਾ ਹੈ, ਫਿਰ ਉਹ ਮਿਸਟੀਰੀਅਸ ਕਿਵੇਂ ਨਹੀਂ ਹੋਏਗਾ। ਸਾਡੇ ਕੋਲ ਤਾਂ ਇੱਕ ਆਪਣਾ ਘਰ ਨਹੀਂ ਸੰਭਲਦਾ, ਸਾਡੇ ਕੋਲ ਇੱਕ ਨਿੱਕੀ ਜਿਹੀ ਕੋਈ ਚੀਜ਼ ਹੋਏ ਉਹ ਨਹੀਂ ਸੰਭਲਦੀ, ਔਰ ਇਤਨੇ ਵੱਡੇ ਦਾ ਹਿਸਾਬ ਕਿਤਾਬ ਉਹਨੇ ਰੱਖਿਆ ਹੋਇਆ, ਕਦੋਂ ਸ਼ੁਰੂ ਕਰਨਾ ਹੈ, ਕਦੋਂ ਕਲੋਜ਼ ਕਰਨਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਹੁਣ ਅਸੀਂ ਇਹਦੇ ਵਿੱਚੋਂ ਹੀ ਭੈ ਵਿੱਚ ਆਡਾਣੇ ਆਕਾਸ਼ ਦਾ ਇੱਕ ਦੂਸਰਾ ਸਰੂਪ ਦੇਖਦੇ ਹਾਂ। ਥੋੜਾ ਅੱਗੇ ਚੱਲਦੇ ਹਾਂ ਕਿ ਇਹ ਜਿਹੜਾ ਇਹਨੇ ਸਟ੍ਰੈਚ ਕਰਕੇ ਆਬਜੈਕਟਸ ਨੂੰ ਦੂਰ ਰੱਖਿਆ ਔਰ ਵਿਚਕਾਰ ਸਪੇਸ ਭਰੀ ਹੈ, ਉਹ ਜੋ ਸਪੇਸ ਹੈ ਉਹ ਖਾਲੀ ਨਹੀਂ ਹੈ, ਉਹਦੇ ਵਿੱਚ ਵੀ ਇਲੈਕਟ੍ਰੋਮੈਗਨੈਟਿਕ ਫੋਰਸਿਸ ਹੈ, ਉਹਦੇ ਵਿੱਚ ਨਿਊਕਲੀਅਰ ਫੋਰਸਿਸ ਵੀ ਹਨ। ਸੋ ਇਲੈਕਟ੍ਰੋਮੈਗਨੈਟਿਕ ਫੋਰਸਿਸ, ਨਿਊਕਲੀਅਰ ਫੋਰਸਿਸ ਸਾਰੀ ਸਪੇਸ ਵਿੱਚ ਪੂਰੀ ਤਰ੍ਹਾਂ ਨਾਲ ਭਰੇ ਹੋਏ ਨੇ। ਸਾਡੇ ਲਈ ਉਹ ਸਪੇਸ ਹੋ ਸਕਦਾ ਹੈ, ਪਰ ਉਹਦੇ ਵਿਚਕਾਰ ਕਿਤੇ ਨਾ ਕਿਤੇ ਹਰ ਜਗ੍ਹਾ ਤੇ ਭਰਿਆ ਹੋਇਆ ਕੁਝ ਫੋਰਸਿਸ ਭਰੀਆਂ ਹੋਈਆਂ। ਇਹਨੂੰ ਹੋਰ ਇੱਕ ਅਲੱਗ ਐਂਗਲ ਨਾਲ ਸਮਝਣ ਲਈ ਥੋੜਾ ਅੱਗੇ ਚੱਲਦੇ ਹਾਂ। ਇੱਕ ਇਹ ਦੇਖਦੇ ਹਾਂ ਕਿ ਜੋ ਮੈਟਰ ਹੈ, ਜਿਹਨੂੰ ਅਸੀਂ ਸੋਲਿਡ ਮੈਟਰ ਕਹਿੰਦੇ ਹਾਂ, ਜਿਹੜੇ ਐਟਮ ਸਾਰੇ ਅਸੀਂ ਇਕੱਠੇ ਕਰਕੇ ਕਹਿੰਦੇ ਹਾਂ ਸੋਲਿਡ ਬਣ ਗਿਆ, ਲਿਕਵਿਡ ਬਣ ਗਿਆ। ਇਹ ਜੋ ਮੈਟਰ ਹੈ, ਅਸੀਂ ਇੱਕ ਹਾਈਪੋਥੀਸਿਸ ਨਾਲ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਇਹ ਮੰਨ ਲਈਏ ਇੱਕ ਸਟੇਡੀਅਮ ਹੈ, ਇਹ ਮੰਨ ਨਹੀਂ ਲਈਏ ਐਕਚੁਅਲ ਇੱਕ ਸਟੇਡੀਅਮ ਹੈ ਜਿਹਦੀ ਕੈਪੈਸਿਟੀ 1 ਲੱਖ ਲੋਕ ਹੈ, ਮਤਲਬ ਇਸ ਸਟੇਡੀਅਮ 'ਚ 1 ਲੱਖ ਲੋਕ ਬੈਠ ਸਕਦੇ ਨੇ। ਪਰ ਇਸ ਵੇਲੇ ਫੋਟੋ ਦੇ ਵਿਚਕਾਰ ਉਹਦਾ ਚੌਥਾ ਹਿੱਸਾ ਹੈ, ਜਿਹਦੇ 'ਚ ਕਿ 25,000 ਲੋਕ ਸਾਨੂੰ ਕਰੀਬ ਕਰੀਬ ਦਿਖ ਰਹੇ ਹਨ। 25,000 ਲੋਕਾਂ ਦੀ ਫੋਟੋ ਇਸ ਸਟੇਡੀਅਮ ਤੇ ਲਈ ਗਈ ਹੈ। ਇਹਦਾ ਮਤਲਬ ਇਹ ਅਗਰ ਪੂਰੀ ਫੋਟੋ ਚਾਰੋਂ ਫੋਟੋਆਂ ਜੋੜਾਂਗੇ ਤਾਂ 1 ਲੱਖ ਬਣ ਜਾਏਗਾ। ਉਹ ਹੁਣ ਜੋ ਦੁਨੀਆ ਦੀ ਆਬਾਦੀ ਹੈ ਉਹ ਹੈ 770 ਕਰੋੜ। ਤਾਂ 770 ਕਰੋੜ ਲੋਕਾਂ ਨੂੰ ਅਸੀਂ ਇਹੋ ਜਿਹੇ ਅਗਰ ਸਟੇਡੀਅਮਸ ਦੇ ਵਿਚਕਾਰ ਕਹੀਏ, ਸਾਰੇ ਆਪਣੇ ਆਪਣੇ ਘਰਾਂ 'ਚੋਂ ਸਟੇਡੀਅਮਸ ਵਿੱਚ ਆ ਜਾਓ, ਤੇ ਸਾਨੂੰ ਕਰੀਬ ਕਰੀਬ 77,000 ਇਹੋ ਜਿਹੇ ਸਟੇਡੀਅਮ ਚਾਹੀਦੇ ਹੋਣਗੇ ਜਿਨ੍ਹਾਂ 'ਚ 1 ਲੱਖ ਲੋਕ ਬੈਠੇਗਾ, ਔਰ ਫਿਰ 770 ਕਰੋੜ ਦੀ ਆਬਾਦੀ ਨੂੰ ਅਸੀਂ ਬਿਠਾ ਸਕਾਂਗੇ। ਵੈਸੇ 77,000 ਨੂੰ ਮਾਈਂਡ ਦੇ ਵਿਚਕਾਰ ਇਸ ਤਰ੍ਹਾਂ ਫੋਟੋ 'ਚ 25,000 ਦੇਖ ਕੇ ਅਸੀਂ ਕਹਿ ਸਕਦੇ ਹਾਂ, ਪਰ 77,000 ਨੂੰ ਵੀ ਮਾਈਂਡ ਵਿੱਚ ਕਨਸੈਪਚੁਅਲਾਈਜ਼ ਕਰਨਾ ਆਸਾਨ ਨਹੀਂ ਹੈ। ਸੋ ਅਸੀਂ ਇਹ ਵੀ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਹੋਏ ਕਿ ਦੁਨੀਆ ਦੇ ਸਾਰੇ ਪੇੜ ਇਕੱਠੇ ਕਰਕੇ ਦੇਖੀਏ ਕਿਸ ਜਗ੍ਹਾ ਤੇ ਕਿਤਨੇ ਕੁ ਆ ਸਕਦੇ ਨੇ ਅਗਰ ਸਾਰੇ ਪੇੜ ਇਕੱਠੇ ਕਰ ਲਈਏ, ਇਸ ਤਰ੍ਹਾਂ ਅਸੀਂ ਦੁਨੀਆ ਦੀ ਸਾਰੀ ਆਬਾਦੀ ਨੂੰ ਇਕੱਠਾ ਕਰ ਲਿਆ। ਹੁਣ ਅਸੀਂ ਇਕੱਠਾ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਜੋ ਸਪੇਸ ਹੈ, ਜੋ ਕਿ ਪੋਸੀਬਲ ਨਹੀਂ ਹੈ, ਇਹ ਹਾਈਪੋਥੀਸਿਸ ਹੈ। ਇੱਕ ਕੁਐਸਚਨ ਆਇਆ ਕਿ ਜੋ ਐਟਮ ਦੇ ਵਿਚਕਾਰ ਦੀ ਸਪੇਸ ਹੈ, ਅਗਰ ਅਸੀਂ ਉਹਨੂੰ ਖਤਮ ਕਰ ਦਈਏ, ਸਿਰਫ ਜੋ ਨਿਊਕਲੀਅਸ ਔਰ ਇਲੈਕਟ੍ਰੋਨ ਹੈ ਉਹਨਾਂ ਨੂੰ ਲੈ ਲਈਏ, ਕਿਉਂਕਿ ਭੈ ਵਿੱਚ ਆਡਾਣੇ ਆਕਾਸ਼ ਇਸ ਸਪੇਸ ਨੇ ਆਬਜੈਕਟਸ ਨੂੰ ਦੂਰ ਦੂਰ ਰੱਖਿਆ ਹੋਇਆ, ਔਰ ਅਸੀਂ ਆਬਜੈਕਟਸ ਨੂੰ ਕਹੀਏ 1 ਮਿੰਟ ਲਈ ਇਕੱਠਾ ਕਰ ਦਿੰਦੇ ਹਾਂ, ਤੇ ਫਿਰ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ ਕਿ 770 ਕਰੋੜ ਲੋਕਾਂ ਦੇ ਸਾਰੇ ਐਟਮਸ ਅਸੀਂ ਇਕੱਠੇ ਕਰ ਲਈਏ, ਉਹਦੇ ਵਿੱਚੋਂ ਸਾਰੀ ਸਪੇਸ ਹਟਾ ਦਈਏ, ਤੇ ਫਿਰ ਉਹਦਾ ਕੀ ਸਾਈਜ਼ ਹੋਏਗਾ। ਮੈਂ ਰਿਕੁਐਸਟ ਕਰਾਂਗਾ ਜੇ ਕੋਈ ਵੀ ਇਹਦੇ ਬਾਰੇ ਜਵਾਬ ਦੇਣਾ ਚਾਹੁੰਦਾ, ਇੱਕ ਅੰਦਾਜ਼ਾ ਲਗਾਉਣਾ ਚਾਹੁੰਦਾ, ਤੇ ਬੇਸ਼ੱਕ ਤੁਸੀਂ ਗੈਸ ਕਰੋ, ਮਤਲਬ ਤੁਹਾਨੂੰ ਇਹ ਬੜਾ ਹੀ ਐਸਟੋਨਿਸ਼ਿੰਗ, ਬੜਾ ਹੀ ਮਿਸਟੀਰੀਅਸ ਜਿਹਾ ਜਵਾਬ ਮਿਲਣ ਵਾਲਾ ਹੈ। ਸੋ ਇਹ ਮੰਨ ਲੈਂਦੇ ਆ ਕਿ ਸਾਰੇ ਦੀ ਸਾਰੀ ਦੁਨੀਆ ਦੀ ਆਬਾਦੀ ਦੇ ਸਭ ਲੋਕਾਂ ਦੇ ਸਾਰੇ ਐਟਮਸ ਦੇ ਵਿੱਚੋਂ ਅਸੀਂ ਸਿਰਫ ਸਪੇਸ ਨੂੰ ਵੱਖਰਾ ਕੀਤਾ, ਉਹਨਾਂ ਦੇ ਨਿਊਕਲੀਅਸ ਨੂੰ ਔਰ ਇਲੈਕਟ੍ਰੋਨ ਨੂੰ ਇਕੱਠਾ ਕਰ ਲਿਆ ਔਰ ਸਾਰਾ ਦਾ ਸਾਰਾ ਜੋੜ ਦਿੱਤਾ। ਵਿਲ ਐਨੀਬਡੀ ਬੀ ਇੰਟਰਸਟਿਡ ਇਨ ਆਨਸਰਿੰਗ ਇਟ? ਉਹ ਅਸੀਂ ਮੈਂ ਖੁਦ ਵੀ ਆਪ ਕੈਲਕੂਲੇਸ਼ਨ ਕਰਕੇ ਦੇਖਿਆ, ਉਹ ਸਿਰਫ ਇੱਕ ਸ਼ੂਗਰ ਕਿਊਬ ਦੇ ਬਰਾਬਰ ਹੈ। ਇਸ ਸਾਰੀ ਦੀ ਸਾਰੀ ਦੁਨੀਆ ਦੇ 770 ਕਰੋੜ ਆਬਾਦੀ ਦੇ ਜਿਤਨੇ ਵੀ ਨਿਊਕਲੀਅਸ ਔਰ ਇਲੈਕਟ੍ਰੋਨ ਮਿਲਾ ਕੇ ਸੈਪਰੇਟ ਕਰ ਦਈਏ, ਉਹਦਾ ਸਾਈਜ਼ ਸਿਰਫ ਇੱਕ ਸ਼ੂਗਰ ਕਿਊਬ ਦੇ ਬਰਾਬਰ ਹੈ, ਬਾਕੀ ਸਭ ਸਪੇਸ ਹੈ। ਔਰ ਮੈਨੂੰ ਪਹਿਲੇ ਬੜਾ ਸ਼ੱਕ ਹੋਇਆ, ਮੈਂ ਰਾਤ ਨੂੰ ਥੋੜਾ ਐਕਸਪਲੇਨ ਕਰੋ ਜੀ। ਇਸ ਤਰ੍ਹਾਂ ਕਿ ਜੋ ਐਟਮ ਦੇ ਵਿੱਚ ਸਪੇਸ ਹੈ ਨਾ, ਇਤਨੀ ਜ਼ਿਆਦਾ ਹੈ। ਇਸ ਤਰ੍ਹਾਂ ਮੰਨ ਲਓ ਅਗਰ ਨਿਊਕਲੀਅਸ ਦਾ ਸਾਈਜ਼ ਅਸੀਂ ਫੁੱਟਬਾਲ ਦੇ ਬਰਾਬਰ ਮੰਨ ਲਈਏ, ਐਜ਼ਿਊਮ ਕਰ ਲਈਏ ਨਿਊਕਲੀਅਸ ਫੁੱਟਬਾਲ ਦਾ, ਤੇ ਇਲੈਕਟ੍ਰੋਨ ਜਿਹੜਾ ਨਾ ਉਹ 2 ਕਿਲੋਮੀਟਰ ਦੂਰ ਹੁੰਦਾ, 2 ਕਿਲੋਮੀਟਰ ਦੂਰ ਰੇਡੀਅਸ ਤੇ ਚੱਕਰ ਕੱਟ ਰਿਹਾ, ਜਿਹਦਾ ਕਿ ਸਾਈਜ਼ ਬਿਲਕੁਲ ਇਨਸਿਗਨੀਫੀਕੈਂਟ ਹੈ। ਇਹ ਹਾਈਪੋਥेसिस भी हाइपोथेटिकल ही है ना। मेरा मतलब है कि सृष्टि ਦਾ ਰਚਨਾ ਹੀ ਤੇ ਮੈਟਰ ਤੋਂ ਹੋ ਰਹੀ ਹੈ, ਇਲੈਕਟ੍ਰੋਨ ਪ੍ਰੋਟੋਨ ਤੋਂ। ਤੇ ਵੀਰ ਜੀ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਕਦੀ ਕਰ ਪਾਵਾਂਗੇ, ਮੈਂ ਇੱਕ ਸਿਰਫ ਫੀਲ ਦੇਣਾ ਚਾਹੁੰਦਾ ਕਿ ਪਰਮਾਤਮਾ ਨੂੰ ਆਡਾਣੇ ਆਕਾਸ਼ ਦਾ ਕ੍ਰੈਡਿਟ ਕਿਸ ਐਕਸਟੈਂਟ ਤੱਕ ਦੇ ਕੇ ਵੀ ਸਾਨੂੰ ਸਮਝ ਨਹੀਂ ਆਏਗਾ ਪਰਮਾਤਮਾ ਨੇ ਕਰ ਕਿਸ ਤਰ੍ਹਾਂ ਦਿੱਤਾ।
ਕਿ ਅਸੀਂ ਤੇ ਇਤਨੇ ਇਤਨੇ ਵੱਡੇ ਮਨੁੱਖ ਦੇਖਦੇ ਹਾਂ, ਬੰਦੇ ਦੇਖਦੇ ਹਾਂ, ਆਬਾਦੀ ਦੇਖਦੇ ਹਾਂ, ਭੀੜ ਦੇਖਦੇ ਹਾਂ, ਭੜੱਕਾ ਦੇਖਦੇ ਹਾਂ, ਦੁਨੀਆ ਦੇਖਦੇ ਹਾਂ, ਸਾਰੇ ਦੇ ਸਾਰੇ ਮਿਲਾ ਕੇ ਜੋ ਮੈਟਰ ਹੈ ਉਹਦੇ ਅੰਦਰ ਸਪੇਸ ਨੂੰ ਅਗਰ ਵੱਖਰਾ ਕਰ ਦਈਏ, ਉਹ ਸਭ 770 ਕਰੋੜ ਆਬਾਦੀ ਦਾ ਸਿਰਫ ਇੱਕ ਸ਼ੂਗਰ ਕਿਊਬ ਦੇ ਬਰਾਬਰ ਹੈ। ਸੋ ਭੈ ਵਿੱਚ ਆਡਾਣੇ ਆਕਾਸ਼, ਮੈਨੂੰ ਉਸ ਲਾਈਨ ਤੇ ਕਈ ਵਾਰ ਆ ਕੇ ਰੁਕਣਾ ਪਿਆ ਕਿ ਇਹ ਕਿਸ ਤਰ੍ਹਾਂ ਪਰਮਾਤਮਾ ਨੇ ਕੀਤਾ। ਉਹ ਇੱਕ ਕਿਸੇ ਵੀ ਬਾਡੀ ਤੇ ਵੀ ਐਪਲੀਕੇਬਲ ਔਰ ਪੂਰੇ ਯੂਨੀਵਰਸ ਦੇ ਲਈ ਵੀ ਐਪਲੀਕੇਬਲ ਹੈ, ਜਿੱਥੇ ਅਸੀਂ ਡਿਸਟੈਂਸ ਬਿਟਵੀਨ ਅਰਥ ਐਂਡ ਸਨ ਦੇਖਦੇ ਹਾਂ। ਸੋ ਅਰਥ ਔਰ ਸਨ ਦੇ ਵਿਚਕਾਰ ਵੀ ਬਹੁਤ ਵੱਡਾ ਡਿਸਟੈਂਸ ਹੈ। ਇਸੇ ਤਰ੍ਹਾਂ ਹੀ ਨਿਊਕਲੀਅਸ ਔਰ ਇਲੈਕਟ੍ਰੋਨ ਦੇ ਵਿਚਕਾਰ ਡਿਸਟੈਂਸ ਹੈ। ਸੋ ਬੇਸਿਕਲੀ ਵਟ ਵੀ ਆਰ ਟਰਾਈਂਗ ਟੂ ਸੀ ਕਿ ਮਿਸਟਰੀ ਜਿਤਨੀ ਸਾਇੰਸ ਅੱਗੇ ਵੱਧਦੀ ਹੈ, ਉਹ ਵੀ ਇਸ ਮਿਸਟਰੀ ਨੂੰ ਅੱਜ ਮੰਨਦੀ ਹੈ ਕਿ ਇਹ ਮਿਸਟਰੀ ਗਹਿਰੀ ਹੁੰਦੀ ਚਲੀ ਜਾ ਰਹੀ ਹੈ। ਇਹ ਮਿਸਟਰੀ ਪਹਿਲਾਂ ਤੇ ਸਾਇੰਸ ਸਮਝਦੀ ਸੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਅੱਜ ਦੀ ਸਾਇੰਸ ਇਹ ਕਹਿੰਦੀ ਹੈ ਸਾਡੀਆਂ ਲਿਮਿਟੇਸ਼ਨਸ ਆਉਂਦੀਆਂ ਜਾ ਰਹੀਆਂ, ਅਸੀਂ ਹੁਣ ਬਹੁਤ ਕੁਝ ਨਹੀਂ ਸਮਝ ਪਾਉਂਦੇ ਉਹਨੂੰ। ਮਤਲਬ ਉਹ ਫੀਲ ਸਾਨੂੰ ਆਉਣਾ ਚਾਹੀਦਾ ਕਿ ਪਰਮਾਤਮਾ ਦੇ ਜੋ ਨਿਯਮ ਨੇ, ਭੈ ਵਿੱਚ ਦਾ ਮਤਲਬ ਪਰਮਾਤਮਾ ਦੇ ਨਿਯਮ ਵਿੱਚ ਕਿਸ ਤਰ੍ਹਾਂ ਉਹਨੇ ਸੋਹਣੇ ਤਰੀਕੇ ਨਾਲ ਇਹ ਕੀਤਾ, ਔਰ ਇਤਨੀ ਮਿਸਟੀਰੀਅਸ ਜੀ ਚੀਜ਼ ਹੈ ਕਿ ਇੱਕ ਸ਼ੂਗਰ ਕਿਊਬ ਦੇ ਬਰਾਬਰ ਮੈਟਰ ਨੂੰ 770 ਕਰੋੜ ਆਬਾਦੀ ਦੇ ਵਿਚਕਾਰ ਦੇ ਕੇ ਉਹਨਾਂ ਦੀਆਂ ਇੱਛਾਵਾਂ, ਉਹਨਾਂ ਦੇ ਭੁੱਖ, ਉਹਨਾਂ ਦੀਆਂ ਜ਼ਿੰਦਗੀਆਂ, ਉਹਨਾਂ ਦਾ ਸਭ ਕੁਝ ਚੱਲ ਰਿਹਾ। So that is the beauty, the way God has created by his own laws, that's all. So ਅਸੀਂ ਇਹ ਦੇਖਣਾ ਚਾਹ ਰਹੇ ਹਾਂ ਕਿ ਕਿਤਨਾ ਕੁ ਮਿਸਟੀਰੀਅਸ ਹੁੰਦਾ ਜਾ ਰਿਹਾ। ਵੈਸੇ ਅਸੀਂ ਨਾ ਵੀ ਸਮਝੀਏ ਤਾਂ ਵੀ ਕੰਮ ਤੇ ਚੱਲ ਹੀ ਰਿਹਾ, ਪਰ ਉਤਨੀ ਹੀ ਸਾਨੂੰ ਉਹਦੀ ਬਿਊਟੀ ਨਜ਼ਰ ਆਉਂਦੀ ਹੈ ਪਰਮਾਤਮਾ ਦੀ ਉਹਦੇ ਪਿੱਛੇ। ਇੱਕ ਇਹ ਸਵਾਲ ਹੁਣ ਅਸੀਂ ਕੁਝ ਲੈਣੇ ਸ਼ੁਰੂ ਕਰਾਂਗੇ ਕਿ ਵਿਲ ਗੋਡ ਆਲਵੇਜ਼ ਰਿਮੇਨ ਅ ਮਿਸਟਰੀ, ਕਿ ਪਰਮਾਤਮਾ ਹਮੇਸ਼ਾ ਮਿਸਟਰੀ ਹੀ ਬਣਿਆ ਰਹੇਗਾ। ਅਸੀਂ ਜੋ ਰੂਟ ਕਾਜ਼ ਐਨਾਲਿਸਿਸ ਵਿੱਚ 5 ਤੇ ਡਿਸਕਸ ਕੀਤਾ ਸੀ ਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਅਸੀਂ ਜਦੋਂ ਵਾਈ ਕਰਦੇ ਹਾਂ, ਫਿਰ ਆਨਸਰ ਮਿਲਦਾ, ਫਿਰ ਵਾਈ ਕਰਦੇ ਹਾਂ, ਕਰੀਬ 5 ਵਾਰ, ਵੈਸੇ 2-3 ਵਾਰ ਚ ਵੀ ਹੋ ਸਕਦਾ, 7 ਵਾਰ ਚ ਵੀ ਹੋ ਸਕਦਾ, ਔਨ ਐਨ ਐਵਰੇਜ 5 ਵਾਰ ਤੋਂ ਬਾਅਦ ਸਾਨੂੰ ਸਰੈਂਡਰ ਕਰਨਾ ਪੈਂਦਾ, ਸਾਨੂੰ ਉਹਦਾ ਜਵਾਬ ਨਹੀਂ ਮਿਲਦਾ। ਦੈਟ ਮੀਨਸ ਕਿਤੇ ਅਸੀਂ ਫਿਰ ਫਾਈਨਲ ਹਰ ਵਾਈ ਦਾ ਜਵਾਬ ਇੱਕ ਮਿਸਟਰੀ ਤੇ ਜਾ ਕੇ ਹੀ ਖਤਮ ਹੁੰਦਾ ਹੈ, ਜਿਹਦੇ ਵਿੱਚ ਅਸੀਂ ਕੌਜ਼ੈਲਿਟੀ ਵਿਊਜ਼ ਕਿਹਾ ਸੀ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਈ, ਕਿ ਜੋ ਹੋ ਰਿਹਾ ਉਹਦਾ ਜੋ ਕਾਰਨ ਹੈ ਦੋਨੋਂ, that means God alone is the doer and its cause। ਪਰਮਾਤਮਾ ਕਰਨ ਔਰ ਕਾਰਨ ਦੋਨੋਂ ਇੱਕੋ ਕੋਲ ਨੇ। ਜੋ ਐਕਸ਼ਨ ਹੈ ਔਰ ਐਕਸ਼ਨ ਦੇ ਪਿੱਛੇ ਦਾ ਜੋ ਕਾਜ਼ ਹੈ ਉਹ ਵੀ ਪਰਮਾਤਮਾ ਹੀ ਜਾਣਦਾ ਹੈ। ਇਹ ਤੇ ਇੱਕ ਸਾਡਾ ਬੇਸਿਕ ਹੈ। ਇੱਥੋਂ ਅਸੀਂ ਅੱਗੇ ਲੈ ਕੇ ਅੱਗੇ ਚੱਲਦੇ ਹਾਂ ਕਿ ਕੀ ਕੁਝ ਪੋਸਿਬਿਲਿਟੀਜ਼ ਹੈ। ਸੋ ਇਸ ਮਿਸਟਰੀ ਚ ਗੁਰੂ ਸਾਹਿਬ ਕਹਿੰਦੇ ਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਸੋ ਉਹ ਪੂਰੀ ਕੁਦਰਤ ਦੇ ਵਿਚਕਾਰ ਵਸਿਆ ਹੈ ਔਰ ਉਹਦਾ ਕੋਈ ਅੰਤ ਨਹੀਂ ਲਿਖਿਆ ਜਾ ਸਕਦਾ। ਇਹ ਅੰਤ ਨਹੀਂ ਲਿਖਿਆ ਜਾ ਸਕਦਾ ਬਾਣੀ ਵਿੱਚ ਵੀ ਅਨੇਕਾਂ ਜਗ੍ਹਾ ਤੇ ਆਇਆ, ਮਤਲਬ ਅਲੱਗ-ਅਲੱਗ ਤਰੀਕੇ ਨਾਲ ਆਇਆ। ਉਹਦੀ ਬੇਅੰਤਤਾ, ਉਹਦੀ ਲਿਮਿਟਲੈਸ ਬਾਰੇ ਗੁਰੂ ਸਾਹਿਬਾਨ ਨੇ ਬਾਰ-ਬਾਰ ਜ਼ਿਕਰ ਕੀਤਾ ਹੈ। ਸੋ ਕੀ ਹੁੰਦਾ ਹੈ ਕਿ ਇਹ ਜੋ ਕ੍ਰੀਏਟਰ ਔਰ ਕ੍ਰੀਏਸ਼ਨ ਹੈ, ਇਹ ਇੱਕ ਤਰ੍ਹਾਂ ਦੀ ਉਹਦੀ ਲਾਈਟ ਰੇਡੀਏਟ ਹੋ ਰਹੀ ਹੈ, ਇਨਫਾਈਨਾਈਟ ਲਾਈਟ ਰੇਡੀਏਟ ਹੋ ਰਹੀ ਹੈ, ਔਰ ਉਹਨੂੰ ਅਸੀਂ ਕਹਿ ਵੀ ਨਹੀਂ ਪਾ ਰਹੇ ਹਾਂ। ਫਿਰ ਕੀ ਮਿਸਟਰੀ ਬਣੀ ਰਹੇਗੀ? ਇਸ ਗੋਡ ਐਨ ਅਨਸੋਲਵਡ ਮਿਸਟਰੀ, ਮਤਲਬ ਕਿ ਇਹਨੂੰ ਕਦੀ ਕੋਈ ਸੋਲਵ ਨਹੀਂ ਕਰ ਪਾਏਗਾ। ਤੇ ਜੇ ਕਹਿੰਦੇ ਵਾਈ ਸ਼ੁੱਡ ਵੀ ਟਾਕ ਅਬਾਊਟ ਹਿਮ ਵੈਨ ਹੀ ਕੈਨੋਟ ਬੀ ਡਿਸਕ੍ਰਾਈਬਡ, ਅਸੀਂ ਉਹਦੇ ਬਾਰੇ ਗੱਲ ਵੀ ਕਿਉਂ ਕਰੀਏ ਜਦੋਂ ਅਸੀਂ ਉਹਦੇ ਬਾਰੇ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ। ਐਕਚੁਅਲੀ ਇਹ ਸਾਰੇ ਦੇ ਸਾਰੇ ਜਿਹੜੇ ਕੁਐਸਚਨਸ ਹੈ ਨਾ, ਜਦੋਂ ਅਸੀਂ ਇਹ ਮੋਡਿਊਲ ਬਣਾਉਣੇ ਸ਼ੁਰੂ ਕੀਤੇ ਸੀ ਤੇ ਅਸੀਂ ਬੱਚਿਆਂ ਨੂੰ ਬੁਲਾਇਆ ਸੀ, ਤੇ ਬਹੁਤ ਸਾਰੇ ਕੁਐਸਚਨਸ ਉਹਨਾਂ ਬੱਚਿਆਂ ਤੋਂ ਹੀ ਆਏ ਸਨ ਕਿ ਸਾਨੂੰ ਇਹ ਇਤਨੀ ਮਿਸਟੀਰੀਅਸ, ਉਹ ਵੀ ਸਾਇੰਸ ਪੜ੍ਹਦੇ ਨੇ, ਸਭ ਕੁਝ ਹੈ, ਤੇ many of these questions were asked by them, so we tried to answer their question ਤਾਂ ਕਿ ਉਹ ਵਾਕਈ ਸਮਝ ਪਾਣ ਕਿ ਕਿਸ ਐਕਸਟੈਂਟ ਤੱਕ ਸਮਝਿਆ ਜਾ ਸਕਦਾ ਹੈ ਜਾਂ ਨਹੀਂ ਸਮਝਿਆ ਜਾ ਸਕਦਾ, ਜਾਂ ਕੀ ਮਾਰ ਗਏ ਜਾਂ ਕਿੱਥੇ ਜਾਣਾ। ਸੋ ਇਹ ਸਾਰੇ ਕੁਐਸਚਨ ਦਾ ਇੱਕ ਪਿੱਛੇ ਬੇਸਿਕ ਰੀਜ਼ਨ ਵੀ ਹੈ ਕਿ ਇਹ ਕੁਐਸਚਨਸ ਕਿਉਂ ਪਾਏ ਗਏ ਸੀ। ਇੱਥੇ ਹੋ ਸਕਦਾ ਬੜੇ ਜਾਣਕਾਰ ਹੈ ਔਰ ਸ਼ਾਇਦ ਇਸ ਚੀਜ਼ ਨੂੰ ਬੜੀ ਈਜ਼ੀਲੀ ਸਮਝ ਵੀ ਜਾਣਗੇ, ਪਰ ਅਸੀਂ ਜੋ ਮੋਡਿਊਲ ਤਿਆਰ ਕੀਤੇ ਸੀ ਉਹਨਾਂ ਬੱਚਿਆਂ ਦੇ ਕੁਐਸਚਨ ਐਡਰੈਸ ਕਰਨ ਲਈ ਵੀ ਕੀਤੇ ਸੀ, ਯੰਗਸਟਰਸ ਦੇ। ਤੇ ਇੱਥੇ ਗੁਰੂ ਸਾਹਿਬ ਲਿਖਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਨਾ ਤੇ ਉਹਦਾ ਫਾਰਮ ਹੈ, ਨਾ ਸ਼ੇਪ ਹੈ, ਨਾ ਕਲਰ ਹੈ, ਉਹ ਤਿੰਨਾਂ ਗੁਣਾਂ ਤੋਂ ਪਰੇ ਹੈ। ਪਰ ਅਸੀਂ ਕਹਿ ਰਹੇ ਹਾਂ ਕਿ ਉਹਨੂੰ ਕੋਈ ਵੀ ਨਹੀਂ ਕਹਿ ਸਕਦਾ। ਉਹ ਕਹਿੰਦੇ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ, ਇਹ ਤਿੰਨੋਂ ਚੀਜ਼ਾਂ ਦੇ ਨਾ ਹੁੰਦੇ ਹੋਏ ਵੀ ਉਹ ਲੋਕ ਜੋ ਇਹਨੂੰ ਬੁੱਝ ਸਕਦੇ ਹਨ, ਉਹੀ ਨਾ ਜਿਨ੍ਹਾਂ ਤੇ ਪ੍ਰਮਾਤਮਾ ਫਾਈਨਲੀ ਪ੍ਰਸੰਨ ਹੋ ਗਿਆ, ਜਿਸ ਤੇ ਕਿਰਪਾ ਹੋ ਗਈ ਹੈ।
ਸੋ ਉਹਨਾਂ ਨੂੰ ਉਹ ਬੁਝਾ ਸਕਦਾ ਹੈ। ਇਹਦਾ ਮਤਲਬ ਇਹ ਮਿਸਟਰੀ ਸੋਲਵ ਹੋ ਰਹੀ ਹੈ ਕਿਤੇ ਨਾ ਕਿਤੇ। ਮਿਸਟਰੀ ਮੇਰੇ ਲਈ ਹੋ ਸਕਦਾ ਨਾ ਸੋਲਵ ਹੋ ਰਹੀ ਹੈ, ਬਟ ਇਹ ਮਿਸਟਰੀ ਟੋਟਲ ਮਿਸਟਰੀ ਨਹੀਂ ਹੈ। ਜਿਹੜੇ ਬੰਦੇ ਪਰਮਾਤਮਾ ਤੱਕ ਪਹੁੰਚ ਗਏ ਹਨ ਉਹਨਾਂ ਲਈ ਅਸੀਂ ਜੋ ਵੀ ਡਿਸਕਸ ਕਰ ਰਹੇ ਸੀ ਉਹ ਮਿਸਟਰੀ ਨਹੀਂ ਹੈ। ਉਹ ਮਿਸਟਰੀ ਨਹੀਂ ਹੈ ਤਾਂ ਹੀ ਗੁਰੂ ਸਾਹਿਬ ਕਹਿ ਵੀ ਪਾਏ ਭੈ ਵਿੱਚ ਆ ਡਾਣੇ ਆਕਾਸ਼। ਅਦਰਵਾਈਜ਼ ਗੁਰੂ ਸਾਹਿਬ ਦੇ ਕੋਲ ਵੀ ਤੇ ਉਹੀ ਸਰੀਰ ਸੀ ਜੋ ਸਾਡੇ ਕੋਲ ਹੈ। ਉਤਨੀ 500 ਸਾਲ ਪਹਿਲਾਂ ਉਹਨਾਂ ਕੋਲ ਕਿਹੜੀ ਹੋਰ ਪਾਵਰ ਸੀ ਕਿ ਉਹ ਕਹਿ ਪਾ ਰਹੇ ਸੀ ਭੈ ਵਿੱਚ ਆ ਡਾਣੇ ਆਕਾਸ਼, ਕਿ ਸਪੇਸ ਨੂੰ ਸਟ੍ਰੈਚ ਕਰਕੇ ਆਬਜੈਕਟਸ ਨੂੰ ਦੂਰ ਰੱਖਿਆ ਹੋਇਆ। ਮਤਲਬ ਇੱਕ ਸਟ੍ਰੈਚ ਕਰਕੇ ਵੀ ਲਿਖਿਆ ਹੈ। ਦੈਨ ਦੇ ਆਰ ਕਨੈਕਟਡ ਵਿਦ ਸਰਟਨ ਫੋਰਸਿਸ। ਤੇ ਇਹ ਮਿਸਟਰੀ ਉਹ ਲੋਕ ਬੁੱਝ ਪਾਏ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ। ਸੋ ਸਮ ਐਨਲਾਈਟਨਡ ਸੋਲਸ ਆਰ ਏਬਲ ਟੂ ਕ੍ਰੈਕ ਦਾ ਮਿਸਟਰੀ, ਬਟ ਡਿਸਕ੍ਰਾਈਬਿੰਗ ਹਿਮ ਇਜ਼ ਨਾਟ ਪੋਸੀਬਲ। ਹੁਣ ਦੋ ਚੀਜ਼ਾਂ ਸਾਡੇ ਸਾਹਮਣੇ ਕਲੀਅਰਲੀ ਆ ਰਹੀਆਂ। ਦੈਟ ਮੀਨਸ ਉਹ ਮਿਸਟਰੀ ਡੀਮਿਸਟੀਫਾਈ ਤੇ ਹੋ ਰਹੀ ਹੈ, ਪਰ ਉਹਨੂੰ ਕਹਿ ਪਾਣਾ ਪੋਸੀਬਲ ਨਹੀਂ ਹੈ, ਕਿਉਂਕਿ ਉਹ ਜੋ ਦੇਖ ਰਹੇ ਹਾਂ ਉਹਦੇ ਲਈ ਸਾਡੀ ਡਿਕਸ਼ਨਰੀ 'ਚ ਵਰਡਸ ਨਹੀਂ ਹੈ, ਜੋ ਅਸੀਂ ਪਹਿਲੇ ਹੀ ਕਹਿ ਚੁੱਕੇ ਹਾਂ। ਔਰ ਉਹ ਸਾਨੂੰ ਫਿਰ ਇਸ਼ਾਰੇ ਦਿੰਦੇ ਹਨ, ਸਾਨੂੰ ਮਾਰਗ ਦਿੰਦੇ ਹਨ ਕਿ ਅਸੀਂ ਵੀ ਉਸ ਮਿਸਟਰੀ ਨੂੰ ਕਿਸ ਐਕਸਟੈਂਟ ਤੱਕ ਡੀਮਿਸਟੀਫਾਈ ਕਰ ਸਕਦੇ ਹਾਂ। ਤੇ ਇੱਕ ਸਵਾਲ ਸਾਡੇ ਕੋਲ ਇਹ ਵੀ ਆਇਆ ਕਿ ਵਾਈ ਕਾਮਨ ਮੈਨ ਇਜ਼ ਨਾਟ ਇੰਟਰਸਟਿਡ ਇਨ ਫਾਈਂਡਿੰਗ ਦਾ ਟਰੂਥ। ਵੀ ਜਦੋਂ ਇਤਨੀ ਸੋਹਣੀਆਂ ਚੀਜ਼ਾਂ ਨੇ, ਇਤਨਾ ਸਭ ਕੁਛ ਹੈ, ਤੇ ਆਮ ਆਦਮੀ ਨੂੰ ਇਹ ਕਿਉਂ ਨਹੀਂ ਖਾਹਿਸ਼ ਹੁੰਦੀ ਕਿ ਉਹ ਵੀ ਪਰਮਾਤਮਾ ਨੂੰ ਪਹੁੰਚੇ ਜਾਂ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰੇ? ਕਿਉਂ ਬਾਣੀ ਵਿਰਲੋ ਵਿਚਾਰ ਸੀ? ਗੁਰੂ ਸਾਹਿਬ ਵੀ ਕਹਿ ਰਹੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਬਾਣੀ ਨੂੰ ਵਿਚਾਰੇਗਾ। ਇੱਥੇ ਕਬੀਰ ਦਾਸ ਜੀ ਦਾ ਅਸੀਂ ਇੱਕ ਸ਼ਲੋਕ ਲੈਂਦੇ ਹਾਂ ਜੋ ਇਸ ਚੀਜ਼ ਦੀ ਪੁਸ਼ਟੀ ਕਰ ਰਿਹਾ ਕਿ ਯਸ, ਆਮ ਬੰਦੇ ਨੂੰ ਕੋਈ ਇੰਟਰਸਟ ਨਹੀਂ ਹੈ। ਕਬੀਰ ਦਾਸ ਜੀ ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਕਿੰਨਾ ਦਰਦ ਰਿਹਾ ਹੋਏਗਾ ਕਬੀਰ ਦਾਸ ਜੀ ਨੇ ਜਦੋਂ ਇਹ ਸ਼ਲੋਕ ਲਿਖਿਆ ਹੋਏਗਾ। ਕਹਿੰਦੇ ਜੇ ਤੂੰ ਰਾਮ ਪਦਾਰਥ ਪਾ ਹੀ ਲਿਆ ਇਹਦੀ ਗੰਢ ਨਾ ਖੋਲ ਫਿਰ ਤੂੰ, ਕਿਉਂਕਿ ਨਾ ਤੇ ਇਸ ਪਰਟੀਕੂਲਰ ਚੀਜ਼ ਲਈ ਤੇਰੇ ਕੋਲ ਕੋਈ ਮਾਰਕੀਟ ਹੈ, ਕੋਈ ਖਰੀਦਣ ਵਾਲਾ ਨਹੀਂ ਹੈ, ਨੋ ਅਪਰਾਈਜ਼ਰ, ਕੋਈ ਬਾਇਰ ਨਹੀਂ ਹੈ, ਕੋਈ ਦੀ ਕੀਮਤ ਚੁਕਾਉਣ ਨੂੰ ਤਿਆਰ ਨਹੀਂ ਹੈ। ਤੇ ਜੇ ਤੈਨੂੰ ਰੱਬ ਦਾ ਨਾਮ ਮਿਲ ਗਿਆ, ਇਹਦਾ ਮਤਲਬ ਇਹ ਨਹੀਂ ਕਿ ਉਹ ਐਕਚੁਅਲ 'ਚ ਕਹਿ ਰਹੇ ਨੇ ਕਿ ਪਰਮਾਤਮਾ ਦੇ ਬਾਰੇ ਲੋਕਾਂ ਨੂੰ ਨਾ ਦੱਸੋ। ਉਹ ਇੱਕ ਤਰ੍ਹਾਂ ਨਾਲ ਹੁਲਾਰਾ ਦੇ ਰਹੇ ਨੇ, ਇੱਕ ਤਰ੍ਹਾਂ ਨਾਲ ਜਗਾ ਰਹੇ ਨੇ ਵੀ ਤੁਸੀਂ ਇੰਨੀ ਖੂਬਸੂਰਤ ਕੋਈ ਚੀਜ਼ ਹੋਏ ਔਰ ਉਹਦਾ ਕੋਈ ਵੀ ਲੈਣ ਵਾਲਾ ਨਾ ਹੋਏ। ਮਾਰਕੀਟ 'ਚ ਇੱਕ ਟੁੱਟਾ ਫੁੱਟਾ ਪ੍ਰੋਡਕਟ ਆਉਂਦਾ, ਉਹਦੇ 100 ਗਾਹਕ ਮਿਲ ਜਾਂਦੇ ਨੇ, ਔਰ ਪਰਮਾਤਮਾ ਵਰਗੀ ਸਭ ਨਾਲੋਂ ਜ਼ਿਆਦਾ ਖੂਬਸੂਰਤ ਚੀਜ਼ ਹੋਏ ਰਾਮ ਪਦਾਰਥ ਪਾਏ ਕਿ ਉਹਦਾ ਕੋਈ ਲੈਣ ਵਾਲਾ ਗਾਹਕ ਨਹੀਂ ਮਿਲਦਾ। ਇੱਕ ਦਰਦ ਵੀ ਹੈ ਇਹਦੇ ਵਿੱਚ ਔਰ ਇੱਕ ਤਰ੍ਹਾਂ ਦਾ ਹੁਲਾਰਾ ਵੀ ਹੈ। ਸੋ no one appears to be genuinely interested in reaching the truth। और रियलिटी भी की है कि कोई इंसान बहुत जेन्युइनली कोशिश भी नहीं करता कि मैं परमात्मा तक पहुंच जाऊं। ਉਹਦੇ ਕਈ ਕਾਰਨ ਨੇ। ਖੈਰ ਇਸ ਤੋਂ ਅਗਲੇ ਸ਼ਲੋਕ ਵਿੱਚ ਇਸ ਤੋਂ ਅਗਲੇ ਜੋ ਗੁਰਬਾਣੀ ਦੇ ਸੈਂਟੈਂਸ ਵਾਕਿਆ ਨੇ ਇਹਦੇ ਤੋਂ ਕਲੀਅਰ ਹੋ ਜਾਂਦਾ ਹੈ। ਉਹ ਕਹਿੰਦੇ ਨੇ ਕਿਉਂ ਇੰਟਰਸਟਿਡ ਨਹੀਂ? ਕਹਿੰਦੇ ਰਸ ਹੋਏ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਕਹਿੰਦੇ ਐਸੇ ਐਸੇ ਰਸਾਂ ਦੇ ਵਿੱਚ ਤੇ ਮੈਂ ਡੁੱਬਿਆ ਹੋਇਆ ਕਿ ਗੋਲਡ ਕੀ ਸਿਲਵਰ ਕੀ ਪਾਰਟਨਰਸ ਦੇ ਪਲੇਜਰ ਕੀ ਫ੍ਰੈਗਰੈਂਸਿਸ ਕੀ ਮਹਿਲ ਕੀ ਖਾਣੇ ਪੀਣੇ ਸਮਚੁਅਸ ਫੂਡ, ਇਤਨੇ ਸਾਰੇ। ਉਹ ਜਿਵੇਂ ਲਿਖਿਆ ਰਸ ਘੋੜੇ, ਮਤਲਬ ਅੱਜ ਕੱਲ੍ਹ ਦੀਆਂ ਵੱਡੀਆਂ ਵੱਡੀਆਂ ਗੱਡੀਆਂ, ਉਸ ਟਾਈਮ ਤੇ ਘੋੜੇ ਕਿਹਾ, ਜੇ ਅੱਜ ਕਿੰਦਾ ਤੇ ਅੱਜ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਹੋ ਜਾਂਦੀਆਂ। ਰਸ ਘੋੜੇ ਰਸ ਸੇਜਾ ਮੰਦਰ, ਕਹਿੰਦੇ ਉਹਦੇ ਵਿਚਕਾਰ ਹੀ ਮੇਰੀ ਸਾਰੀ ਸੋਚ ਹੈ ਦਿਨ ਰਾਤ। ਇਹ ਕਿੱਥੋਂ ਵੱਜ ਜਾਏ, ਉਹ ਕਿੱਥੋਂ ਵੱਜ ਜਾਏ, ਮਾਇਆ ਕਿੱਥੋਂ ਆ ਜਾਏ, ਕਿੱਥੋਂ ਅੱਗੇ ਵਧੀਏ। ਇਤਨੇ ਸਾਰੇ ਰਸ ਨੇ ਸਰੀਰ ਵਿੱਚ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। These pleasures of the body are numerous. Where is the room for the name of the ਵਾਹਿਗੁਰੂ? ਉਹਦੇ ਲਈ ਤਾਂ ਕੋਈ ਜਗ੍ਹਾ ਨਹੀਂ ਹੈ। ਇਸ ਕਰਕੇ ਆਮ ਇਨਸਾਨ ਦਾ ਕੋਈ ਇੰਟਰਸਟ ਨਹੀਂ ਹੈ। ਔਰ ਰੀਜ਼ਨ ਬੀਇੰਗ ਕਿ ਇਹ ਜਿਹੜੇ ਰਸ ਨੇ ਨਾ, ਇਹ ਸਾਡੇ ਕੋਲ ਸਪੌਂਟੇਨੀਅਸ ਨੇ, ਸਾਹਮਣੇ ਦਿਖ ਰਹੇ ਨੇ ਔਰ ਇੱਕਦਮ ਨਜ਼ਰ ਆਉਂਦੇ ਨੇ, ਔਰ ਉਹਦਾ ਉਸੇ ਵੇਲੇ ਇਨਸਾਨ ਕਹਿ ਸਕਦਾ ਹਾਂਜੀ ਮੈਨੂੰ ਸਵਾਦ ਆਇਆ। ਪਰ ਜਿਹੜਾ ਪਰਮਾਤਮਾ ਦਾ ਰਸ ਹੈ ਉਹਦੇ ਲਈ ਤੇ ਕਾਫੀ ਘਾਲਣੀ ਪੈਂਦੀ ਹੈ, ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਉਹ ਆਨੰਦ ਦੀ ਅਵਸਥਾ ਜਾਣ ਲਈ, ਜਦੋਂ ਕਿ ਇਹ ਜਿਤਨੇ ਵੀ ਰਸ ਹੈ ਛੋਟੇ ਲੱਗਣ ਲੱਗ ਜਾਣ ਔਰ ਇਨਸਾਨ ਹਮੇਸ਼ਾ ਆਨੰਦ ਦੀ ਅਵਸਥਾ 'ਚ ਰਹੇ, ਉਹਦਾ ਬਹੁਤ ਬਹੁਤ ਵੱਡਾ ਐਫਰਟ ਹੈ। ਉਹ ਕੋਈ ਕਰਨ ਨੂੰ ਤਿਆਰ ਨਹੀਂ। ਇਸ ਕਰਕੇ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਉਸ ਰਸਤੇ ਤੇ ਉਸ ਮਾਰਗ ਤੇ ਚੱਲਣ ਨੂੰ ਤਿਆਰ ਹੁੰਦਾ। ਤਾਂ ਇੱਕ ਬੇਸਿਕਲੀ ਕੁਐਸਚਨ ਸੀ ਕਿ ਕਿਉਂ ਦੁਨੀਆ ਇੰਟਰਸਟਿਡ ਨਹੀਂ ਹੁੰਦੀ। ਆਈ ਥਿੰਕ ਇਹ ਬਹੁਤ ਵੱਡਾ ਟੌਪਿਕ ਹੈ, ਇਸ ਤੇ ਬੜੀ ਡਿਟੇਲ 'ਚ ਗੱਲ ਹੋ ਸਕਦੀ ਹੈ। ਸੋ ਫਾਈਨਲੀ ਕੈਨ ਵੀ ਨੈਵਰ ਰੀਚ ਹਿਮ, ਮਤਲਬ ਇੱਕ ਆਮ ਆਦਮੀ ਕੀ ਕਦੇ ਵੀ ਉੱਥੇ ਨਹੀਂ ਪਹੁੰਚ ਸਕਦਾ।
ਇੱਕ ਬਾਰ-ਬਾਰ ਕਈ ਬੱਚਿਆਂ ਨੇ ਸਵਾਲ ਪੁੱਛਿਆ ਕਿ ਕੀ ਅਸੀਂ ਕਦੀ ਵੀ ਉਸ ਮਿਸਟਰੀ ਨੂੰ ਸੋਲਵ ਨਹੀਂ ਕਰ ਪਾਵਾਂਗੇ। ਤੇ ਇੱਥੇ ਜੋ ਕਬੀਰ ਦਾਸ ਜੀ ਨੇ ਫਾਈਨਲੀ ਕਲੀਅਰ ਕੀਤਾ ਕਿ ਆਮ ਆਦਮੀ ਜੋ ਵੀ ਜਿੱਥੇ ਵੀ ਹੈ, ਜੋ ਫਾਈਨਲ ਹੈ ਪਰਮਾਤਮਾ ਨੂੰ ਪਾਉਣ ਦਾ, ਪਰਮਾਤਮਾ ਤੱਕ ਪਹੁੰਚਣਾ ਔਰ ਪਰਮਾਤਮਾ 'ਚ ਲੀਨ ਹੋ ਜਾਣਾ, ਦੋ ਸਟੈਪਸ ਨੇ। ਇੱਕ ਤੇ ਕਬੀਰ ਜਿਸ ਮਰਨੇ ਤੇ ਜਗ ਡਰੇ, ਇੱਕ ਤੇ ਇਨਸਾਨ ਮਰਨ ਤੋਂ ਡਰਿਆ ਹੋਇਆ, ਜਿਹੜਾ ਕਿ ਅਲਟੀਮੇਟਲੀ ਹੋਣਾ ਹੀ ਹੋਣਾ। ਮੇਰੇ ਮਨ ਆਨੰਦ, ਤੁਸੀਂ ਇਹ ਦੇਖੋ, ਜਿਸ ਚੀਜ਼ ਨੂੰ ਲੋਕ ਅਲਟੀਮੇਟ ਟ੍ਰੈਜਡੀ ਕਹਿੰਦੇ ਨੇ, ਉਹਨੂੰ ਅਲਟੀਮੇਟ ਆਨੰਦ ਕਹਿ ਰਹੇ ਨੇ। ਆਮ ਇਨਸਾਨ ਡੈਥ ਨੂੰ ਅਲਟੀਮੇਟ ਟ੍ਰੈਜਡੀ ਕਹਿੰਦਾ ਹੈ। ਉਹ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਅਲਟੀਮੇਟ ਬਲਿਸ ਹੈ ਉੱਤੇ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਸ ਤੋਂ ਬਾਅਦ ਪਰਮਾਤਮਾ ਦੇ ਵਿਚਕਾਰ ਇਨਸਾਨ ਵਿਲੀਨ ਹੀ ਹੋ ਜਾਂਦਾ ਹੈ। ਔਰ ਇਹਨੂੰ ਥੋੜਾ ਜਿਹਾ ਅਸੀਂ ਫਿਰ ਸਮਝਣ ਦੀ ਅੱਗੇ ਵੀ ਕੋਸ਼ਿਸ਼ ਕਰਦੇ ਹਾਂ ਕਿ the one who merges into him does not remain to tell the whole truth। ਜਿਹੜਾ ਹੁਣ ਪਰਮਾਤਮਾ ਦੇ ਵਿੱਚ ਚਲਾ ਗਿਆ, ਉਹ ਹੁਣ ਵਾਪਸ ਆ ਕੇ ਤੇ ਨਹੀਂ ਦੱਸਦਾ ਨਾ ਕਿ ਪੂਰੀ ਸੱਚਾਈ ਕੀ ਹੈ ਪਰਮਾਤਮਾ ਦੇ ਬਾਰੇ। ਇਹਨੂੰ ਅਸੀਂ ਇੱਕ ਮਾਡਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਤੇ ਕਿ ਮਿਸਟਰੀ ਆਫ ਦਾ ਗੋਡ ਇਜ਼ ਰਿਜ਼ੋਲਵਡ ਬਾय ਐਨਲਾਈਟਨਡ ਸੋਲ, ਕਿ ਪਰਮਾਤਮਾ ਦੀ ਜੋ ਮਿਸਟਰੀ ਹੈ ਉਹਨੂੰ ਅਨਲਾਈਟਨਡ ਸੋਲਸ ਜਿਹੜੀਆਂ ਨੇ ਉਹ ਰਿਜ਼ੋਲਵ ਕਰ ਲੈਂਦੀਆਂ ਨੇ। ਉਹ ਉਸ ਜੋ ਸਾਡੀ ਕ੍ਰੀਏਸ਼ਨ ਹੈ ਉਹਦੇ ਵਿੱਚੋਂ ਮਾਰਗ ਲੱਭ ਕੇ ਜੋ ਕ੍ਰੀਏਟਰ ਹੈ ਉਸ ਤੱਕ ਪਹੁੰਚ ਜਾਂਦੇ ਹਨ। ਸੋ ਦੇ ਪੈਨੀਟ੍ਰੇਟ ਥਰੂ ਦਾ ਇਲੂਸਿਵ ਕ੍ਰੀਏਸ਼ਨ ਹੈ। ਇਲੂਸਿਵ ਕ੍ਰੀਏਸ਼ਨ ਹੈ, ਸਾਰੀ ਮਾਇਆ ਰੂਪੀ ਕ੍ਰੀਏਸ਼ਨ ਹੈ। ਉਹਦੇ ਵਿੱਚੋਂ ਪੈਨੀਟ੍ਰੇਟ ਕਰਦੇ ਕਰਦੇ ਉਹ ਸੈਲਫ ਰਿਅਲਾਈਜ਼ ਹੋ ਕੇ ਉੱਥੇ ਤੱਕ ਪਹੁੰਚ ਜਾਂਦੇ ਨੇ। ਔਰ ਜਦੋਂ ਉਸ ਐਜ ਤੇ ਪਹੁੰਚਦੇ ਨੇ ਜਿੱਥੇ ਕਿ ਉਹ ਪਰਮਾਤਮਾ ਤੱਕ ਪਹੁੰਚ ਗਏ ਨੇ, ਉਹ ਦੇ ਆਰ ਰੈਡੀ ਟੂ ਡਿਪਾਰਟ ਫਰਮ ਕ੍ਰੀਏਸ਼ਨ ਐਂਡ ਐਂਟਰ ਇਨਟੂ ਦਾ ਅਨਲਿਮਿਟਿਡ ਰੀਅਲ ਵਰਲਡ ਆਫ ਬਲਿਸ। ਮਤਲਬ ਹੁਣ ਉਹ ਤਿਆਰ ਨੇ, ਜਿਵੇਂ ਅਸੀਂ ਕਹਿੰਦੇ ਪਰ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਕਿ ਜਿੰਦੇ ਜੀ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਉਹਦੇ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਸਾਨੂੰ ਵੇਟ ਕਰਨਾ ਪਏ ਅਸੀਂ ਮਰ ਕੇ ਕਿਸੇ ਸਵਰਗ ਜਾਵਾਂਗੇ ਜਾਂ ਕਿੱਥੇ ਹੈ। ਬਟ ਵਟ ਐਗਜ਼ੈਕਟਲੀ ਇਜ਼ ਦੈਟ ਫਿਨੋਮੇਨਾ ਜਿਹੜਾ ਪਿਛਲੇ ਕਬੀਰ ਜੀ ਦੇ ਸ਼ਲੋਕ ਨੂੰ ਐਕਸਪਲੇਨ ਕਰ ਰਿਹਾ। ਇਹ ਮੰਨ ਲਈਏ ਕਿ ਪਰਮਾਤਮਾ ਜੋ ਰੀਅਲ ਪਰਮਾਤਮਾ ਕ੍ਰੀਏਟਰ ਹੈ ਉਹ ਅਸੀਂ ਦਿਖਾਇਆ ਹੋਇਆ ਇੱਥੇ। ਹਾਲਾਂਕਿ ਕਦੀ ਕੋਈ ਪਰਮਾਤਮਾ ਦੀ ਪਿਕਚਰ ਨਹੀਂ ਬਣਾਉਣੀ, ਕੋਈ ਫਿਗਰ ਨਹੀਂ ਹੋਣੀ ਚਾਹੀਦੀ, ਜਸਟ ਟੂ ਅੰਡਰਸਟੈਂਡ ਦੈਟ ਕਿ ਕੀ ਹੋ ਰਿਹਾ। ਔਰ ਮੰਨ ਲਈਏ ਚਾਰੋਂ ਪਾਸੇ ਉਹਦੀ ਕ੍ਰੀਏਸ਼ਨ ਹੈ, ਇਲੂਜਨ ਹੈ ਜਿਹੜਾ, ਤੇ ਮਾਰਗ ਤੇ ਚਲਦੇ 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 ਇਸ ਐਜ ਤੇ ਆ ਗਏ ਜਿੱਥੇ ਰੈੱਡ ਡਾਟ ਲਿਖਿਆ। ਜਿਹੜੇ ਇਨਸਾਨ ਪਰਮਾਤਮਾ ਤੱਕ ਪਹੁੰਚ ਗਏ ਉਹ ਹੁਣ ਉਸ ਅਵਸਥਾ ਨੇ ਜਿਹੜੇ ਇੱਕ ਪਾਸੇ ਪਰਮਾਤਮਾ ਨੂੰ ਦੇਖ ਪਾ ਰਹੇ ਨੇ, ਦੂਸਰੇ ਪਾਸੇ ਉਹ ਦੁਨੀਆ ਨੂੰ ਦੇਖ ਪਾ ਰਹੇ, ਦੂਸਰੇ ਪਾਸੇ ਕ੍ਰੀਏਸ਼ਨ ਨੂੰ ਦੇਖ ਪਾ ਰਹੇ। ਸੋ ਇਹ ਜਿਹੜੀ ਅਵਸਥਾ 'ਚ ਨੇ, ਜਿਵੇਂ ਸਤਿਗੁਰੂ ਨੂੰ ਅਸੀਂ ਉਸ ਅਵਸਥਾ 'ਚ ਕਿਹਾ ਹੈ ਐਨਲਾਈਟਨਡ ਸੋਲ, ਜੋ ਸਤਿਗੁਰੂ ਹੈ ਉਹ ਪਰਮਾਤਮਾ ਨੂੰ ਇੱਕ ਹੱਥ ਉਹਦਾ ਪਰਮਾਤਮਾ ਵਿੱਚ ਹੈ, ਦੂਸਰਾ ਅਜੇ ਵੀ ਦੁਨੀਆ ਦੇ ਵਿਚਕਾਰ ਹੈ। ਸੋ ਦੇ ਆਰ ਐਟ ਦਾ ਐਜ। ਸੋ ਇਸ ਅਵਸਥਾ ਤੋਂ ਬਾਅਦ ਹੈ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਸਰੀਰ ਛੱਡ ਜਾਂਦੇ ਆ ਫਿਰ ਉਹ ਕ੍ਰੀਏਟਰ ਦੇ ਨਾਲ ਪੂਰੀ ਤਰ੍ਹਾਂ ਮਿਲ ਜਾਂਦੇ ਆ। ਸੋ ਇਸ ਅਵਸਥਾ ਜਾ ਕੇ ਜਿਨ੍ਹਾਂ ਲੋਕਾਂ ਨੇ ਪਰਮਾਤਮਾ ਦੇ ਬਾਰੇ ਦੱਸਿਆ ਹੈ, that is so very important for us to understand ਕਿ ਉਹ ਹੁਣ ਸਾਡੇ ਲਈ ਮਾਰਗ ਖੋਲ ਕੇ ਜਾ ਰਹੇ ਹਨ। ਇਸ ਮਾਰਗ ਤੇ ਚੱਲ ਕੇ ਕਿਸ ਤਰ੍ਹਾਂ ਕ੍ਰੀਏਸ਼ਨ ਦੇ ਵਿੱਚੋਂ ਉਹ ਕ੍ਰੀਏਟਰ ਤੱਕ ਪਹੁੰਚੇ ਹਨ। ਸੋ ਕ੍ਰੀਏਸ਼ਨ ਨੂੰ ਪੈਨੀਟ੍ਰੇਟ ਕੀਤਾ ਉਹਨਾਂ ਨੇ ਔਰ ਫਾਈਨਲੀ ਕ੍ਰੀਏਟਰ ਦੇ ਜਾ ਕੇ ਐਜ ਤੇ ਨੇ। ਔਰ ਇਸ ਐਜ ਤੇ ਕਬੀਰ ਦਾਸ ਜੀ ਕਹਿ ਰਹੇ ਆ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰਮਾਨੰਦ ਤੇ ਪਾ ਲਿਆ ਸੀ ਪਰ ਅਸੀਂ ਇੱਕ ਐਜ ਤੋਂ ਦੇਖ ਰਹੇ ਸੀ, ਹੁਣ ਅਸੀਂ ਪੂਰਨ ਪਰਮਾਨੰਦ ਪਾਉਣ ਜਾ ਰਹੇ ਹਾਂ ਜੋ ਕਿ ਡੈਥ ਤੋਂ ਬਾਅਦ ਮਿਲਣਾ ਹੈ। ਔਰ ਉਹ ਜੋ ਲੋਕ ਡਰੇ ਹੋਏ ਨੇ ਉਹ ਬੇਸਿਕਲੀ ਬਿਕੋਜ਼ ਅਜੇ ਇੱਥੇ ਨਹੀਂ ਪਹੁੰਚੇ ਤੇ ਉਹ ਦੁਨੀਆ 'ਚ ਬੜੇ ਡਰੇ ਹੀ ਰਹਿੰਦੇ ਨੇ ਮੌਤ ਤੋਂ। ਉਹਨਾਂ ਲਈ ਮੌਤ ਕਦੀ ਵੀ ਬਲਿਸ ਨਹੀਂ ਹੁੰਦੀ। ਉਹ ਹਰ ਵੇਲੇ ਘਬਰਾਏ ਕਿ ਕਿਸ ਤਰ੍ਹਾਂ ਇਸ ਤੋਂ ਬਚਿਆ ਜਾਏ। ਸੋ ਇੱਥੇ ਜਾ ਕੇ ਸਾਨੂੰ ਇਹ ਕਲੀਅਰ ਹੁੰਦਾ ਹੈ ਕਿ ਯੈਸ, ਇਸ ਮਿਸਟਰੀ ਨੂੰ ਸੋਲਵ ਕੀਤਾ ਜਾ ਸਕਦਾ ਹੈ। ਇਸ ਮਿਸਟਰੀ ਨੂੰ ਸੋਲਵ ਕੀਤਾ ਕਈਆਂ ਨੇ। ਇਸ ਮਿਸਟਰੀ ਨੂੰ ਸੋਲਵ ਕਰਕੇ ਪਰਮਾਤਮਾ ਦੇ ਬਾਰੇ ਬਹੁਤ ਕੁਝ ਕਿਹਾ। ਪੂਰੇ ਦੇ ਪੂਰੇ ਸਾਡੇ ਕੋਲ ਅੱਜ ਗੁਰੂ ਗ੍ਰੰਥ ਸਾਹਿਬ ਨੇ ਪੂਰਾ ਮਾਰਗਦਰਸ਼ਨ ਹੈ। ਉਹ ਉਹਨਾਂ ਦਾ ਮਾਰਗਦਰਸ਼ਨ ਕੀਤਾ ਜੋ ਪਰਮਾਤਮਾ ਤੱਕ ਪਹੁੰਚ ਗਏ ਔਰ ਪਰਮਾਤਮਾ ਦੇ ਵਿੱਚ ਵਿਲੀਨ ਹੋਣ ਲਈ ਤਿਆਰ ਸਨ। ਦੇ ਵਰ ਐਟ ਦਾ ਐਜ, ਜਿੱਥੇ ਫਾਈਨਲੀ ਸਰੀਰ ਛੱਡਣ ਤੋਂ ਬਾਅਦ ਉਹਨਾਂ ਨੇ ਪਰਮਾਤਮਾ ਹੀ ਹੋ ਜਾਣਾ ਸੀ। ਸੋ ਦੈਨ ਦੇ ਬਿਕਮ, ਕਿ ਸਚਿਆਰਾ ਹੋਈਏ ਉਹ ਪਰਮਾਤਮਾ ਹੀ ਹੋ ਜਾਂਦੇ ਹਨ। ਸੋ ਦਿਸ ਇਜ਼ ਸਮਥਿੰਗ ਵੇਅਰ ਵੀ ਹੈਵ ਟਰਾਈਡ ਟੂ ਆਂਸਰ ਓਨਲੀ ਵਨ ਕੁਐਸਚਨ ਕਿ ਇਹ ਮਿਸਟਰੀ ਕੀ ਹਮੇਸ਼ਾ ਅਨਸੋਲਵਡ ਰਹੇਗੀ? No, this mystery will be solved by those who can penetrate and find a path in the creation and then go and touch the real one or the creator. So ਉਸ ਤੱਕ ਬਹੁਤ ਲੋਕ ਪਹੁੰਚੇ हैं और ਪਹੁੰਚਣਗੇ ਵੀ। ਔਰ ਇੱਕ ਉਪਰਾਲਾ ਹੋਣਾ ਚਾਹੀਦਾ ਸੱਚਾਈ ਦੇ ਮਾਰਗ ਤੇ ਚੱਲ ਕੇ ਕਿਤੇ ਨਾ ਕਿਤੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ।
एक क्वेश्चन साडे कोल ये भी आया, वाई डिड गॉड क्रिएट क्रिएशन, परमात्मा ने सृष्टि बनाई भी क्यों? मतलब की है फंडा की है, भी तो मिस्ट्री है भी परमात्मा ਨੂੰ ਕੀ ਲੋੜ ਸੀ ਕ੍ਰੀਏਸ਼ਨ ਬਣਾਉਣ ਦੀ। तो इत्थे जिवें शुरुआत विच असी मॉड्यूल 1 विच लिया सी, अरबत नरबत धुंधु कारा धरन ना गगना हुक्म अपारा। जे असी अपने यूनीवर्स की गल करिए तो फॉर काउंटलैस पीरियड देयर वाज अटर डार्कनेस, कोई सृष्टि मतलब साडा यूनीवर्स नहीं सी, ना धरती सी ना गगन सी ना कुछ भी नहीं सी, पर उहदा हुक्म सी। तो रियल गॉड वाज स्टिल एग्जिस्टिंग। जां तिस भाणा ता जगत पाया, बाज कला आडान रहाया। ਜਦੋਂ ਉਸਨੇ ਉਹਦਾ ਭਾਣਾ ਸੀ, ਜਦੋਂ ਉਹਦਾ ਮਨ ਕੀਤਾ ਉਹਨੇ ਸ੍ਰਿਸ਼ਟੀ ਬਣਾ ਦਿੱਤੀ। ਔਰ ਉਸ ਤੋਂ ਬਾਅਦ ਉਹ ਕਹਿ ਰਹੇ ਨੇ ਉਹਨੂੰ ਕਿਸੇ ਬਾਹਰੋਂ ਕੋਈ ਹੈਲਪ ਦੀ ਲੋੜ ਨਹੀਂ ਪਈ। ਬਾਜ ਕਲਾ ਆਡਾਨ ਰਹਾ, ਉਹਦੇ ਬਗੈਰ ਹੀ ਉਹ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ, ਸਟ੍ਰੈਚ ਹੋਣਾ ਸ਼ੁਰੂ ਹੋ ਗਿਆ। ਆਡਾਨ ਰਹਾਇਆ मतलब फैलता चला गया। सो बिना किसी बाहर ਦੀ ਫੋਰਸ ਦੇ ਉਹ ਐਕਸਪੈਂਡ ਹੋਣਾ ਸ਼ੁਰੂ ਹੋਇਆ ਔਰ ਫਿਰ ਸ੍ਰਿਸ਼ਟੀ ਵੀ ਵੱਡੀ ਹੁੰਦੀ ਚਲੀ ਗਈ। ਇਹ ਤੇ ਅਸੀਂ ਮੋਡਿਊਲ 1 ਚ ਕਵਰ ਕਰ ਚੁੱਕੇ ਹਾਂ, ਬਟ ਸਾਡਾ ਬੇਸਿਕ ਕੁਐਸਚਨ ਹੈ व्हाट वाज द पर्पस ऑफ क्रिएशन ऑफ यूनिवर्स। सो जो क्रिएशन ਦਾ ਉਹਦੇ ਚ ਗੁਰੂ ਸਾਹਿਬ ਲਿਖਦੇ हैं, जाकी लीला की मित नाहे सगल देव हारे अवगाहे। ਕਹਿੰਦੇ there is no limit to his pastime, all the demigods have grown weary of searching for it। ਇਹ ਜੋ ਲੀਲਾ ਹੈ ਉਸ ਦੇ ਬਾਰੇ ਬਹੁਤ ਸਾਰੇ ਈਵਨ ਡੈਮੀਗॉड्स ਵੀ ਜਿਹੜੇ ਨੇ ਉਹ ਸਰਚ ਕਰ ਕਰਕੇ ਇੱਕ ਤਰ੍ਹਾਂ ਨਾਲ ਪਰੇਸ਼ਾਨ ਹੋ ਗਏ, मतलब ਉਹਨਾਂ ਨੂੰ ਵੀ ਨਹੀਂ ਮਿਲ ਪਾਇਆ ਇਹਦਾ ਆਨਸਰ। ਪਰ ਇੱਕ ਬੜਾ ਇੰਪੋਰਟੈਂਟ ਵਰਡ ਉਹਨਾਂ ਨੇ ਯੂਜ਼ ਕੀਤਾ, ਜਾਕੀ ਲੀਲਾ ਕੀ ਮਿਤ ਨਾਹੀ। ਤੇ ਵਰਲਡ ਕਿਉਂ ਕ੍ਰੀਏਟ ਕੀਤਾ ਪਰਮਾਤਮਾ ਨੇ? ਇਹ ਪਰਮਾਤਮਾ ਦੀ ਲੀਲਾ ਹੈ। ਔਰ ਲੀਲਾ ਕਹਿੰਦੇ ਨੇ ਪਾਸ ਟਾਈਮ ਨੂੰ। ਇਹਨੂੰ ਅਗਰ ਅਸੀਂ ਕੰਪੇਅਰ ਕਰਨਾ ਹੋਏ ਤੇ ਜਿਵੇਂ ਇੱਕ ਬੱਚਾ ਲੇਟਾ ਲੇਟਾ ਹੱਸ ਰਿਹਾ ਹੁੰਦਾ ਤੇ ਇਹ ਨਹੀਂ ਉਹਦਾ ਕੋਈ ਰੀਜ਼ਨ ਹੁੰਦਾ, ਜਾਂ ਕੋਈ ਬੱਚੇ ਮਿੱਟੀ 'ਚ ਖੇਡ ਰਹੇ ਆ, ਪਾਣੀ 'ਚ ਸਪਲੈਸ਼ਿਸ ਉਡਾ ਰਹੇ ਆ, ਇਹਨਾਂ ਸਭ ਨੂੰ ਅਸੀਂ ਲੀਲਾਵਾਂ ਕਿਹਾ। ਇਹਨਾਂ ਨੂੰ ਅਸੀਂ ਇਹ ਨਹੀਂ ਕਿਹਾ ਕਿ ਕਿਸੇ ਪਰਪਸ ਨਾਲ ਜੋੜਿਆ ਗਿਆ। ਉਹ ਲੀਲਾ ਤੋਂ ਉਹਨਾਂ ਨੂੰ ਹਟਾ ਦਿਓ, ਥੋੜੀ ਦੇਰ ਬਾਅਦ ਉਹ ਛੋੜ ਵੀ ਦਿੰਦੇ, ਉਹਨਾਂ ਨੂੰ ਕੋਈ ਇਹ ਨਹੀਂ ਇਦਾਂ ਦੀ ਅਟੈਚਮੈਂਟ ਹੁੰਦੀ। ਪਰਮਾਤਮਾ ਦੀ ਕ੍ਰੀਏਸ਼ਨ ਨੂੰ परमात्मा की क्रिएशन ਨੂੰ परमात्मा की लीला गुरु साहब ने मनिया, जाकी लीला की मित नाहे। मित नाहे मतलब उसकी कोई लिमिट ही नहीं कि कितनी वड्डी उन्हें लीला खेडी है। ते इस करके जो जो बेसिक आंसर टू दिस क्वेश्चन इज दैट व्हाट वाज द पर्पस। परमात्मा की लीला और लीला उन्हें क्यों खेडी, उसका क्यों मन किया, ये सिर्फ परमात्मा ही जानता है। और परमात्मा ने अगर मान लो खेड खेडी है, फिर नेक्स्ट क्वेश्चन आया व्हाट इज आवर रोल इन द गेम। आफ्टर ऑल गेम तो उन्हें शुरू कर दी, वी आर पार्ट ऑफ द गेम, वी आर इनटू द गेम। इस मिस्ट्री नू भी सानू सॉल्व करना पेगा भी अगर उसने गेम शुरू कर दी है तो फिर गेम विच साडा की रोल है। सो इत्थे गुरु साहब ने जो फरमाया है वो कहते हैं कि 184 जोन सबाई, मानस को प्रभ दी वड्याई, इस पौड़ी ते जो नर चूके सो आए जाए दुख पाएंदा। 84 लाख जिहड़ी स्पीसीज ऑफ बीइंग्स जो ने क्रिएट कीते हैं, वी हैव नॉट टू गो बाय नंबर्स। गुरबाणी च 84 लाख एज ए मेटाफोर यूज किया गया है। आई थिंक किसी नू म्यूट करना होएगा, पिछों आवाज आ रही है। सो 184 जोन सबाई मानस को। किट्टू जी की आवाज है और हरबंस जी और एमपी सिंह जी तीन दा अनम्यूट कर दो। क्वेश्चन सी कि जदों गेम उन्हें शुरू की तो उहदे विच साडा की रोल है। उहदे च कहंदे बाकी जीव जंतुओं के रोल दा ते कोई है नहीं, क्योंकि दे लिव बाय इंस्टिंक्ट एंड नैचुरल लॉज अलोन। उन्हां नूं जिस तरह परमात्मा करांदा वो कर लैंदे ने। जदों कि मानस नूं थोड़ी जी पावर दे दित्ती है, थोड़ा जिहा डेलीगेटेड पावर है कि ए तुहानूं डेलीगेट कर रहे हैं तो तुसी जो करना है थोड़ा बहुत इस डेलीगेटेड पावर नाल कर सकते हो। तो मानस को प्रभ दी वड्याई, ये वड्याई सिर्फ मनुख नूं दित्ती है। सो इस पौड़ी ते जो नर चूके सो आए जाए दुख पाएंदा। सो रोल यही है कि इस पौड़ी तो असी चुकना नहीं है, असी आन जान दे दुख तो बचना वे और परमात्मा तक पहुंच के कि सचियारा होइए दे डायरैक्शन दे विच एक मार्ग ते चलते रहना। ये वड्याई सिर्फ मनुख नूं दित्ती है ते रोल मनुख नूं क्लीयर होना चाहिए कि मेरा की रोल है। मेरा साडा रोल है, गेम उन्हें शुरू की है, सानू ने वड्याई दित्ती है कि असी उहदे विच मर्ज हो सकते हैं। सो सानू उस वड्याई नूं या उस रोल नूं नहीं भुलना। इनू असी फर्दर अगर असी देखिए कि ये
सृष्टि का गेम हमेशा जारी रहेगा? मतलब कि कई लोग ने वो नहीं कर पाते कंप्लीट, मान लो जिवें असी नहीं जानते कि असी सचियार तक कभी पहुंच भी पावांगे नहीं, तो ये फिर की हमेशा सृष्टि का गेम कभी खत्म भी नहीं होएगा? पर इत्थे गुरु साहब ने क्लीयर किया कि नहीं, आपन खेल आप कर देखे, खेल संकोचे तो नानक एके। अपना खेल चला के खेल नू देख रहा है, पर जिस वेले वो चाहेगा इस गेम नू क्लोज कर देगा और फिर वो आप ही रह जाएगा। सो ये दोबारा भी है, कई बार पसरियो पासार जदों फिर है फिर शुरू कर सकता है, क्लोज कर सकता है। ये गेम है, लीला है। जदों परमात्मा का मन करे, साडे लिए 10-20-30 बिलियन ईयर्स बहुत वड्डा पीरियड हो सकता, परमात्मा लिए हो सकता एक पलक झपकन के बराबर होए। तो उसकी लीला का तो कोई अंत है नहीं। थ्योरी ऑफ रिलेटिविटी एक्चुअली जी है आइनस्टाइन की, वो कुछ कुछ इशारे इसी तरफ देती है कि साडे लिए जितनी टाइम की लंबाई है, जरूरी नहीं सारे लिए उतनी ही उन्होंने फील होती होए। हर एक नू टाइम की लंबाई अलग फील होती है। परमात्मा लिए चुटकी वजा के यूनीवर्स क्रिएट किया, अगली चुटकी बंद करता। असी अपने हिसाब नाल सोचते हैं, परमात्मा ने डिस्टेंसिस का, टाइम का उहदा एक अपना सिस्टम है जो असी नहीं समझ सकते, वो भी साडे लिए एक मिस्ट्री है। सो ये जो परपज ऑफ क्रिएशन च एक क्वेश्चन आया सी कि हमेशा सृष्टि रहनी है? नहीं, वो सृष्टि भी जदों दिल करेगा वो अपने आप को संकोच देगा और क्लोज कर देगा। असी नहीं जानते कि उस वक्त जिहड़ियां रूहां ने उन्होंने की होएगा की नहीं होएगा। देयर आर मैनी क्वेश्चंस विच आर स्टिल आंसर्ड अनआंसर्ड, बट सानू कुछ जो इशारे दे रहे हैं जो सानू करना है, सानू सिर्फ उतने तक ध्यान रखना चाहिए। हुण असी अगे देखिए कि अगर इसका ओवरऑल साडा की एक निकलता है कि वट इज द परपज ऑफ क्रिएशन। सो जो एक क्रिएशन है वो एक परमात्मा की लीला है। उन्हें अपनिया एक्सट्रा ऑर्डनरी एबिलिटीज बनाइया और यूज कीतियां, उन्होंने नाल सृष्टि बनाई। सृष्टि तो बाद अपनिया एक्सट्रा ऑर्डनरी एबिलिटीज नाल चलते 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 मनुख तक बनाए। सिर्फ मनुखा नू ये एबिलिटी दी कि वापस परमात्मा नू जान सकन। तो एक गेम का अगर असी देखिए तो वाकई ही जदों असी दुर्लभता की गल करते हैं तो बहुत ही ज्यादा दुर्लभ चीज़ है मनुख होना, क्योंकि इतनी वड्डी गेम दे विच इतने वड्डे एफर्ट तो बाद सिर्फ जो मनुख है वो परमात्मा नू जान सकता और असी उस चीज़ नू गवाण नू तैयार हाँ। सो गॉड कंटिन्यूज टू बी इन ए स्टेट ऑफ ब्लिस। वो हमेशा ही ब्लिस की अवस्था च है। उन्होंने यूनीवर्सिस क्रिएट हो रहे नहीं हो रहे, वो लीला विच है। लीला विचकार हमेशा इंसान आनंदित ही होंदा है। जिहड़ा लीला खेड रहा होंदा है, जिहड़ा बच्चा मिट्टी उड़ा के खेड रहा या स्पलैशिस नाल पानी च उड़ा खेड रहा, वो हमेशा आनंदित है। उसी तरह परमात्मा ने खेड खेडी है, परमात्मा खेड खेडी जा रहा है, खेडता रहेगा, मन करेगा बंद करेगा फिर खेड लेगा। ये सिलसिला उन्हें अपना चलता रहना। यही सानू एक जो है मैसेज मिलता है गुरु ग्रंथ साहब तो ओवरऑल, जो कि परमात्मा की क्रिएशन बारे और साडे रोल दे बारे है। इस तो बाद असी अगे चलते हाँ कि अगर एक खेड ही है तो कि इज लाइफ ए पनिशमेंट? ये भी सानू एक क्वेश्चन पूछा गया कि असी तो आए हैं, सन ते अपनी मर्जी नाल नहीं पता असी आए हैं कि नहीं आए, पर जितना सानू इत्थे आके एक लाइफ दे विच एफर्ट करना पैंदा है कि सानू कोई पनिशमेंट दिती है परमात्मा ने, जाओ मनुख बनो और फिर तुसी एफर्ट करो। सो एक क्वेश्चन भी एक सी जिदा सी जवाब बाणी चों लभण की कोशिश की है। वो क्वेश्चन का एक तो पहलू यह है कि 184 जोन भ्रम आयो, अब के छुट के ठौर न ठायो। कि 84 लाख अगेन गिनती विच असी नहीं जाना, असी अनेकां जोनियां तू भ्रम के तुरदे तुरदे कई अवस्थावां चों निकल के, हो सकता है करोड़ों साल पहले यात्रा शुरू हुई होए, असी चलते आए हैं और हुण जदों चांस मिलिया अब के छुट के ठौर ना ठाओ। मतलब इस तो बाद असी नहीं कह सकते कि दोबारा सानू कितनी लंबी यात्रा दोबारा करनी पवे। सो समवेयर इट सेज और गिव्स ए मैसेज दैट दिस कैन बी ए पनिशमेंट, दिस कैन टर्न आउट टू बी ए पनिशमेंट। क्योंकि अब के छुट के ठौर ना ठाओ मतलब हुण छुट गए तो फिर किथे जगह नहीं मिलनी। तो एक तरह की वार्निंग है। वार्निंग तां ही हुंदी है जदों कोई पनिशमेंट दे रहा हो। इत्थे अगे चल के फिर कबीर जी कहते हैं कि यही तेरा अवसर, यही तेरी बार, घट पीतर तू देख विचार, कहत कबीर जीत के हार, बहुबिद कयो पुकार पुकार। वो कहते यही तेरा अपॉर्चुनिटी है, तू इनू पनिशमेंट लैना है तो चाहे पनिशमेंट मान लै,
ਇਹਨੂੰ ਅਪੋਰਚੁਨਿਟੀ ਮੰਨਣਾ ਤੇ ਇਹਨੂੰ ਅਪੋਰਚੁਨਿਟੀ ਮੰਨ ਲੈ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਰੇ ਇੱਕ ਤਰ੍ਹਾਂ ਨਹੀਂ, ਬਹੁਤ ਤਰੀਕਿਆਂ ਨਾਲ ਕਹਿਤਾ। ਮੈਂ ਕਈ ਵਾਰ ਗੁਰਬਾਣੀ ਪੜ੍ਹਦਾ ਤੇ ਮੈਨੂੰ ਲੱਗਦਾ ਕਿ ਕਈ ਸਾਰੀਆਂ ਚੀਜ਼ਾਂ ਬਾਰ-ਬਾਰ ਅਲੱਗ-ਅਲੱਗ ਤਰੀਕੇ ਨਾਲ ਕਹੀਆਂ ਹੋਈਆਂ। ਤੇ ਮੈਨੂੰ ਇਸ ਕਬੀਰਦਾਸ ਜੀ ਦੇ ਸ਼ਲੋਕ ਤੋਂ ਜਾਂ ਇਸ ਪੰਕਤੀ ਤੋਂ ਉਹਦਾ ਜਵਾਬ ਮਿਲਿਆ ਕਿ ਬਹੁਬਿਧ ਕਯੋ ਪੁਕਾਰ ਪੁਕਾਰ, ਮਤਲਬ ਵੱਖਰੇ ਵੱਖਰੇ ਕਈ ਤਰੀਕਿਆਂ ਨਾਲ ਬਾਣੀ 'ਚ ਸਮਝਾਇਆ ਗਿਆ। ਕੋਈ ਇੱਕੋ ਚੀਜ਼ ਨੂੰ 50 ਵਾਰ 60 ਵਾਰ ਵੱਖਰੇ ਵੱਖਰੇ ਤਰੀਕੇ ਨਾਲ ਵੀ ਸਮਝਾਇਆ ਹੋ ਸਕਦਾ। ਸੋ ਕਹਿਤ ਕਬੀਰ ਜੀਤ ਕੇ ਹਾਰ, ਤੇਰੀ ਚॉइस है, ਤੂੰ ਜਿੱਤ ਕੇ ਜਾਣਾ ਚਾਹੁੰਦਾ ਤੇ ਇਟ ਵਾਜ਼ ਐਨ ਅਪੋਰਚੁਨਿਟੀ, ਲੂਜ਼ ਕਰਕੇ ਜਾਣਾ ਚਾਹੁੰਦਾ ਤੇ ਇਟ ਵਾਜ਼ ਅ ਪਨਿਸ਼ਮੈਂਟ। ਸੋ ਕਹਿਤ ਕਬੀਰ ਜੀਤ ਕੇ ਹਾਰ, ਚॉइस तेरी है, ਬਹੁਬਿਧ ਕਯੋ ਪੁਕਾਰ ਪੁਕਾਰ। ਤੋ ਇਹ ਸਾਨੂੰ ਕਲੈਰੀਫਾਈ ਹੁੰਦਾ, ਪਰ ਇਹਦੇ 'ਚ ਇੱਕ ਪੱਖ ਅਸੀਂ ਹੋਰ ਅੱਗੇ ਲੈਂਦੇ ਹਾਂ ਕਿ ਲਾਈਫ ਕੈਨ ਬੀ ਪਨਿਸ਼ਮੈਂਟ ਫॉर ਦੋਜ਼ ਹੂ ਡੇਵੀਏਟ ਫਰੋਮ ਟਰੂਥਫੁਲ ਲਿਵਿੰਗ, ਅਦਰਵਾਈਜ਼ ਲਾਈਫ ਇਜ਼ ਐਨ ਅਪੋਰਚੁਨਿਟੀ ਟੂ ਮਰਜ ਵਿਦ ਦ ਟਰੂਥ। ਇਹਨੂੰ ਅਸੀਂ ਕਿਸ ਤਰ੍ਹਾਂ ਲੈਣਾ ਹੈ ਕਿ ਅਗਰ ਅਸੀਂ ਸੱਚ ਦੇ ਮਾਰਗ ਤੋਂ ਜਾਂ ਵਾਹਿਗੁਰੂ ਤੋਂ ਪਰੇ ਜਾ ਰਹੇ ਹਾਂ। ਤੇ ਮੈਨੂੰ ਸਿਰਫ 1 सेकंड ਦਾ ब्रेक देना। हाँ जी, मैं एक इम्पोर्टेंट मीटिंग में भी आपको कॉल करता हूँ। और जे ਅਸੀਂ ਕਨੈਕਟ ਵਿਦ ਵਾਹਿਗੁਰੂ ਹੋਏ, ਉਹ ਸਾਡੇ ਲਈ ਫਿਰ ਇੱਕ ਡਿਫਰੈਂਟ ਸਿਚੁਏਸ਼ਨ ਹੈ। ਤੇ ਲਾਈਫ ਕੈਨ ਬੀ ਅ ਪਨਿਸ਼ਮੈਂਟ, ਲਾਈਫ ਕੈਨ ਬੀ ਐਨ ਅਪੋਰਚੁਨਿਟੀ ਆਲਸੋ। ਸੋ ਇਹ ਸਾਨੂੰ ਧਿਆਨ ਰੱਖਣਾ ਹੈ ਕਿ ਆਪਕੇ ਜਾਂ ਤੇ ਅਸੀਂ ਇਹ ਕਹੀਏ ਕਿ ਗਵਾ ਦਿੱਤਾ ਔਰ ਸਾਨੂੰ ਕੋਈ ਠੌਰ ਠਾਉ ਨਹੀਂ ਹੈ, ਜਾਂ ਫਿਰ ਅਸੀਂ ਕਹੀਏ ਅਸੀਂ ਜਿੱਤ ਕੇ ਜਾ ਰਹੇ ਹਾਂ, ਚॉइस ਸਾਡੀ ਹੈ। ਔਰ ਬਹੁਤ ਅਲੱਗ-ਅਲੱਗ ਤਰੀਕਿਆਂ ਨੇ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ। ਆਈ ਥਿੰਕ ਵੀ ਆਰ ਹਾਫਵੇ ਥਰੂ। ਮੈਂ ਇੱਥੇ ਬ੍ਰੇਕ ਲਵਾਂਗੇ ਕਿਉਂਕਿ ਇਤਨਾ ਹੀ ਅਜੇ ਮੈਟੀਰੀਅਲ ਹੋ ਰਿਹਾ ਇਹਦੇ ਨਾਲ ਰਿਲੇਟਡ। ਸੋ ਵਿਦ ਦਿਸ ਆਈ ਵਿਲ ਕਲੋਜ਼ ਟੂਡੇ ਸੈਸ਼ਨ। ਆਈ ਥਿੰਕ ਟਾਈਮ ਵੀ ਕਾਫੀ ਹੋ ਗਿਆ, 1 ਘੰਟਾ ਹੋ ਗਿਆ। ਸੋ ਅਸੀਂ ਬਾਕੀ ਦਾ ਪਾਰਟ 2 ਦੇ ਵਿਚਕਾਰ ਕਵਰ ਕਰਾਂਗੇ ਫਿਰ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਫਤਿਹ। ਕੰਕਲੂਡ ਕਰ ਰਹੇ ਹਾਂ, ਕਲੋਜ਼ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।